Hello everyone, welcome to Victor's Knowledge. This is Chinu Sharma. So today we are going to take up a very important lecture. So ਅੱਜ ਦੇ ਇਸ ਵੀਡੀਓ ਦੇ ਅੰਦਰ ਆਪਾਂ ਡਿਸਕਸ ਕਰਾਂਗੇ PPSC ਦੇ ਦੁਆਰਾ ਜਿਹੜਾ 2018 ਵਿੱਚ ਪੰਜਾਬ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਐਗਜ਼ਾਮ ਕੰਡਕਟ ਕਰਵਾਇਆ ਗਿਆ ਸੀ। ਸੋ ਇਹਦੇ ਵਿੱਚੋਂ ਜਿਹੜੇ 70 ਕੁਐਸਚਨ GS ਬੇਸ ਸੀਗੇ, ਜਨਰਲ ਨੌਲੇਜ ਦੇ ਕੁਐਸਚਨ ਸੀ ਜਿਹਦੇ ਵਿੱਚ ਅਲੱਗ-ਅਲੱਗ ਸਬਜੈਕਟਸ ਕਵਰ ਹੁੰਦੇ ਨੇ, ਸਟੈਟਿਕ GK ਕਵਰ ਹੁੰਦੀ ਹੈ, ਕਰੰਟ ਅਫੇਅਰ ਕਵਰ ਹੁੰਦੇ ਨੇ। ਸੋ ਰੀਜ਼ਨਿੰਗ ਤੇ ਮੈਂਟਲ ਅਬਿਲਿਟੀ ਨੂੰ ਛੱਡ ਕੇ ਜਿਹੜੇ ਬਾਕੀ 70 ਕੁਐਸਚਨਸ ਆਏ ਸੀ ਆਪਾਂ ਅੱਜ ਉਹ ਸਾਰੇ ਦੇ ਸਾਰੇ ਡਿਸਕਸ ਕਰਾਂਗੇ। So before moving further, I want to again share something important with you guys. So as you all know that I have already launched PPSC Cooperative and Naib Tehsildar exam combined course. So ਜਿਹੜਾ ਕੋਰਸ ਹੈ ਇਹਦੇ ਅੰਦਰ ਵੀਡੀਓ ਲੈਕਚਰਸ ਰੈਗੂਲਰਲੀ ਚੱਲ ਰਹੇ ਨੇ, ਦੈਨ ਤੁਸੀਂ ਸਿਰਫ ਨੋਟਸ ਬਾਏ ਕਰਨੇ ਆ ਉਹ ਖਰੀਦ ਸਕਦੇ ਹੋ। ਜੇ ਤੁਸੀਂ ਇਕੱਲੇ ਵੀਡੀਓ ਲੈਕਚਰਸ ਵਿੱਚ ਆਪਣੇ ਆਪ ਨੂੰ ਇਨਵੋਲਵ ਕਰਾਉਣਾ ਹੈ ਤੁਸੀਂ ਉਹਦੇ ਲਈ ਮੈਨੂੰ ਡੀਟੇਲਸ ਪੁੱਛ ਸਕਦੇ ਹੋ। ਦੈਨ ਜੇ ਤੁਸੀਂ ਇਕੱਲੇ ਟੈਸਟ ਲੈਣੇ ਨੇ ਕੋਆਪਰੇਟਿਵ ਜਾਂ ਨਾਇਬ ਦੇ ਲਈ ਤੁਸੀਂ ਇਕੱਲੇ ਟੈਸਟ ਲੈ ਸਕਦੇ ਹੋ। ਤੇ ਜਿਹੜੇ ਟੈਸਟ ਨੇ ਇਹਨਾਂ ਦੇ ਅੰਦਰ ਜਿਹੜਾ ਮੈਂਟਲ ਅਬਿਲਿਟੀ ਤੇ ਰੀਜ਼ਨਿੰਗ ਦਾ ਪਾਰਟ ਹੈ ਉਹਨਾਂ ਦੇ ਡੀਟੇਲਡ ਪੂਰੇ ਤੁਹਾਨੂੰ ਸੋਲੂਸ਼ਨ ਪ੍ਰੋਵਾਈਡ ਕਰਵਾਏ ਜਾ ਰਹੇ ਨੇ। ਸੋ ਇਹ ਤੁਸੀਂ ਨੀਚੇ ਨੋਟਸ ਦੀ ਡੀਟੇਲ ਦੇਖ ਸਕਦੇ ਹੋ ਕਿ ਕਿਹੜੇ ਨੋਟਸ ਕਿਹੜੇ ਸਬਜੈਕਟ ਦੇ ਨੋਟ ਕਿੰਨੇ ਪੇਜਿਸ ਦੇ ਨੇ। ਸੋ ਜਿਹੜੇ ਟੈਸਟ ਨੇ ਉਹ ਪੂਰੇ ਕੰਪਲੀਟ ਫੁੱਲ ਫਲੈਜਡ 5 ਮੌਕ ਟੈਸਟ ਨੇ। ਬਾਕੀ ਜਿਹੜੇ ਟੋਟਲ ਆਲਮੋਸਟ 55 to 60 ਵੀਡੀਓ ਲੈਕਚਰਸ ਨੇ, 15-16 ਲੈਕਚਰ ਹੋ ਚੁੱਕੇ ਨੇ। ਸੋ ਤੁਸੀਂ ਜਲਦੀ ਤੋਂ ਜਲਦੀ ਜੇ ਇਸ ਕੋਰਸ ਨੂੰ ਬਾਏ ਕਰਨਾ ਹੈ ਤਾਂ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ on this below mentioned email legalvictor02896@gmail.com ਜਾਂ ਤੁਸੀਂ ਮੇਰੇ ਇੰਸਟਾਗ੍ਰਾਮ ਪੇਜ ਵਿਕਟਰਸ ਨੌਲੇਜ ਨੂੰ ਫੋਲੋ ਕਰਕੇ ਉੱਥੇ ਮੈਨੂੰ ਡਾਇਰੈਕਟ ਮੈਸੇਜ ਭੇਜ ਸਕਦੇ ਹੋ। ਤੇ ਇਹ ਨੇ ਕੋਰਸ ਦੇ ਪ੍ਰਾਈਸ ਦੀਆਂ ਡੀਟੇਲਸ। ਸੋ ਸਟਾਰਟ ਕਰਦੇ ਆਪਾਂ ਆਪਣੇ ਪਹਿਲੇ ਕੁਐਸਚਨ ਤੋਂ। ਫਰਸਟ ਕੁਐਸਚਨ ਹੈ, ਜੇ ਕਿਸੇ ਵੈਟਲੈਂਡ ਨੂੰ ਜਿਹੜਾ ਇੰਟਰਨੈਸ਼ਨਲ ਇੰਪੋਰਟੈਂਸ ਦਾ ਵੈਟਲੈਂਡ ਹੈ ਉਹਨੂੰ ਮੌਂਟਰੀਅਕਸ ਰਿਕਾਰਡ ਦੇ ਵਿੱਚ ਇਨਕਲੂਡ ਕੀਤਾ ਜਾਵੇ ਤਾਂ ਉਹਦਾ ਮਤਲਬ ਕੀ ਹੁੰਦਾ ਹੈ। ਸੋ ਕਿਸੇ ਵੀ ਇੰਟਰਨੈਸ਼ਨਲ ਇੰਪੋਰਟੈਂਸ ਦੇ ਵੈਟਲੈਂਡ ਨੂੰ if it is brought under Montreux record ਤਾਂ ਉਹਦਾ ਮਤਲਬ ਹੈ ਕਿ ਉਹਦੇ ਕਰੈਕਟਰ ਦੇ ਵਿੱਚ ਇਕੋਲੋਜੀਕਲ ਕਰੈਕਟਰ ਦੇ ਵਿੱਚ ਕੁਝ ਬਦਲਾਵ ਆਇਆ ਹੈ ਜਾਂ ਕੋਈ ਬਦਲਾਵ ਆ ਸਕਦੇ ਨੇ ਹਿਊਮਨ ਇੰਟਰਫੇਰੈਂਸ ਦੇ ਕਾਰਨ ਕਰਕੇ। ਸੋ ਚੇਂਜਸ ਇਨ ਇਕੋਲੋਜੀਕਲ ਕਰੈਕਟਰ ਜਾਂ ਕੋਈ ਬਦਲਾਵ ਆਇਆ ਆ ਰਹੇ ਨੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦੇ ਨੇ are likely to occur in the wetland as a result of human intervention। ਸੋ ਜਿੱਥੇ ਵੀ ਹਿਊਮਨ ਇੰਟਰਫੇਰੈਂਸ ਜ਼ਿਆਦਾ ਹੋ ਰਹੀ ਹੈ ਜੇ ਉਹ ਇੰਟਰਨੈਸ਼ਨਲ ਵੈਟਲੈਂਡ ਨੂੰ ਮੌਂਟਰੀਅਕਸ ਰਿਕਾਰਡ ਦੇ ਅੰਦਰ ਐਡ ਕਰ ਦਿੰਦੇ ਆ ਤਾਂ ਉਹਦਾ ਮਤਲਬ ਹੁੰਦਾ ਹੈ ਕਿ ਕੁਝ ਚੇਂਜਸ ਆ ਰਹੀਆਂ ਨੇ। ਸੋ ਰਾਈਟ ਆਨਸਰ ਹੈ ਆਪਸ਼ਨ ਏ। ਨੈਕਸਟ ਹੈ, ਆਪਣੇ ਕੋਲ ਤਿੰਨ ਪੇਅਰ ਨੇ, ਵੈਟਲੈਂਡ ਹੈ, ਇੱਕ ਨੈਸ਼ਨਲ ਪਾਰਕ ਹੈ, ਇੱਕ ਲੇਕ ਹੈ। ਨਾਲ ਸੱਜੇ ਪਾਸੇ ਆਪਾਂ ਨੂੰ ਦੱਸਿਆ ਹੋਇਆ ਵੀ ਇਹ ਕਿਹੜੇ ਰਿਵਰਸ ਦੇ ਕੌਨਫਲੂਐਂਸ ਤੇ ਬਣੇ ਹੋਏ ਨੇ ਜਿੱਥੇ ਇਹ ਰਿਵਰਸ ਮਿਲਦੀਆਂ ਨੇ। ਸੋ ਉਰੇ ਆਪਾਂ ਨੇ ਸਹੀ ਪੇਅਰ ਮੈਚ ਕਰਨਾ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਵਨ ਓਨਲੀ। ਸਿਰਫ ਪਹਿਲੀ ਆਪਸ਼ਨ ਸਹੀ ਮੈਚ ਹੈ ਕਿ ਹਰੀਕੇ ਵੈਟਲੈਂਡ ਹੈ ਉਹ ਬਿਆਸ ਤੇ ਸਤਲੁਜ ਜਿੱਥੇ ਆਪਸ ਦੇ ਵਿੱਚ ਮਿਲਦੇ ਨੇ ਉੱਥੇ ਹੈ। ਸੋ ਕੌਨਫਲੂਐਂਸ ਆਫ ਬਿਆਸ ਐਂਡ ਸਤਲੁਜ ਹਰੀਕੇ ਵੈਟਲੈਂਡ ਇਹ ਬਿਲਕੁਲ ਸਹੀ ਪੇਅਰ ਹੈ। ਇਸੇ ਲਈ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ਏ। ਹੁਣ ਆਪਾਂ ਦੇਖ ਲੈਂਦੇ ਹਾਂ ਸੈਕਿੰਡ ਤੇ ਥਰਡ ਆਪਸ਼ਨ ਕਿਉਂ ਗਲਤ ਨੇ। ਸੈਕਿੰਡ ਆਪਸ਼ਨ ਇਸ ਲਈ ਗਲਤ ਹੈ ਕਿਉਂਕਿ ਜਿਹੜਾ ਕਾਲਾ ਦਿਓ ਘਾਨਾ ਨੈਸ਼ਨਲ ਪਾਰਕ ਹੈ ਇਹ ਹੈ ਕੌਨਫਲੂਐਂਸ ਆਫ ਬਾਨਸ ਤੇ ਚੰਬਲ। ਇਹ ਗਲਤ ਆਨਸਰ ਹੈ। ਇਹਦਾ ਰਾਈਟ ਆਨਸਰ ਆਊਗਾ, ਇਹ ਤੁਸੀਂ ਨੋਟ ਕਰ ਸਕਦੇ ਹੋ, ਗੰਭੀਰ ਤੇ ਬਾਨ ਗੰਗਾ। ਨੈਕਸਟ ਹੈ ਜਿਹੜੀ ਕੋਲੇਰੂ ਲੇਕ, ਮੂਸੀ ਤੇ ਕ੍ਰਿਸ਼ਨਾ ਰਿਵਰ ਉਰੇ ਲਿਖਿਆ ਹੋਇਆ ਹੈ, ਮੂਸੀ ਦੀ ਜਗ੍ਹਾ ਤੇ ਉਰੇ ਆਊਗਾ ਗੋਦਾਵਰੀ। ਸੋ ਇਹ ਬਣੀ ਹੋਈ ਹੈ ਕੌਨਫਲੂਐਂਸ ਆਫ ਗੋਦਾਵਰੀ ਤੇ ਕ੍ਰਿਸ਼ਨਾ। ਮੂਵਿੰਗ ਫਰਦਰ, ਨੈਕਸਟ ਕੁਐਸਚਨ ਹੈ ਪ੍ਰੋਹਿਬਿਸ਼ਨ ਰਿਟ ਜਿਹੜੀ ਸੁਪੀਰੀਅਰ ਕੋਰਟ ਇਸ਼ੂ ਕਰਦੀ ਹੈ ਇਹਦਾ ਮਤਲਬ ਕੀ ਹੈ। ਸੋ ਸਿੰਪਲੀ ਸਿੱਧਾ ਰਿਟ ਦਾ ਮੀਨਿੰਗ ਆਇਆ ਹੋਇਆ ਕੁਐਸਚਨ ਪੇਪਰ ਦੇ ਵਿੱਚ। ਇਹਦਾ ਮਤਲਬ ਹੈ ਜਦੋਂ ਕੋਈ ਉੱਪਰਲੇ ਲੈਵਲ ਦੀ ਕੋਰਟ ਛੋਟੀ ਕੋਰਟ ਨੂੰ ਜਾਂ ਕਿਸੇ ਟ੍ਰਾਈਬਿਊਨਲ ਨੂੰ ਰੋਕਦੀ ਹੈ, ਕਿਸ ਚੀਜ਼ ਤੋਂ ਰੋਕਦੀ ਹੈ, ਜੇ ਉਹ ਛੋਟੇ ਲੈਵਲ ਦੀ ਜਿਹੜੀ ਇਨਫੀਰੀਅਰ ਕੋਰਟ ਹੈ ਉਹ ਆਪਣੀ ਪਾਵਰ ਤੋਂ ਬਾਹਰ ਜਾ ਕੇ ਆਪਣੀ ਜੂਰਿਸਡਿਕਸ਼ਨ ਤੋਂ ਬਾਹਰ ਜਾ ਕੇ ਕੋਈ ਕੇਸ ਡੀਲ ਕਰਦੀ ਹੈ। ਸੋ ਉੱਥੇ ਜਿਹੜੀ ਸੁਪੀਰੀਅਰ ਕੋਰਟ ਹੈ ਉੱਪਰ ਵਾਲੀ ਕੋਰਟ ਹੈ ਉਹ ਰੋਕ ਲਗਾ ਦਿੰਦੀ ਹੈ ਕਿ ਤੂੰ ਆਪਣੀ ਜੂਰਿਸਡਿਕਸ਼ਨ ਤੋਂ ਬਾਹਰ ਐਕਸੀਡ ਕਰਕੇ ਕੋਈ ਵੀ ਫੈਸਲਾ ਨਹੀਂ ਲੈ ਸਕਦੇ। ਸੋ ਉਹ ਹੈ ਰਿਟ ਆਫ ਪ੍ਰੋਹਿਬਿਸ਼ਨ।
इस क्वेश्चन का राइट आंसर है ऑप्शन ए, टू प्रिवेंट एन इंफीरियर कोर्ट और ट्राइब्यूनल from exceeding its jurisdiction or acting contrary to the rules of natural justice. Next question. ਜੇ ਓਸ਼ਨ ਦਾ ਫਾਈਟੋਪਲੈਂਕਟਨ ਹੈ ਜਿਹੜਾ ਪੂਰੀ ਤਰ੍ਹਾਂ ਡਿਸਟਰੋਏ ਹੋ ਜੇ ਕਿਸੇ ਵੀ ਕਾਰਨਾਂ ਕਰਕੇ ਤਾਂ ਉਹਦਾ ਕੀ ਅਸਰ ਦੇਖਣ ਨੂੰ ਮਿਲਦਾ ਹੈ? ਸਭ ਤੋਂ ਪਹਿਲਾਂ ਤੁਸੀਂ ਇਹ ਸਮਝੋ ਕਿ ਫਾਈਟੋਪਲੈਂਕਟਨ ਕੀ ਹੈ। ਬੇਸਿਕਲੀ ਜਿਹੜੇ ਵੱਡੇ ਵੱਡੇ ਓਸ਼ਨ ਹੁੰਦੇ ਨੇ ਉਹਨਾਂ ਦੇ ਉੱਤੇ ਇੱਕ ਪਰਤ ਜੰਮ ਜਾਂਦੀ ਹੈ ਪਲਾਂਟਸ ਦੀ, ਐਲਗਲ ਨੇਚਰ ਦੇ ਜਿਹੜੇ ਪਲਾਂਟਸ ਹੁੰਦੇ ਨੇ ਉਹਨਾਂ ਨੂੰ ਫਾਈਟੋਪਲੈਂਕਟਨ ਕਿਹਾ ਜਾਂਦਾ ਹੈ। ਇੱਕ ਹੁੰਦੇ ਨੇ ਜ਼ੂ ਪਲੈਂਕਟਨ, ਉਹ ਜਿਹੜੇ ਮਿਡਲ ਲੇਅਰ ਹੈ ਉੱਥੇ ਸਟੋਰ ਹੁੰਦੇ ਨੇ, ਇੱਕ ਹੈ ਫਾਈਟੋਪਲੈਂਕਟਨ। ਸੋ ਜਦੋਂ ਇਹ ਖਤਮ ਹੋਣ ਲੱਗ ਜਾਣ, ਡਿਸਟਰੋਏ ਹੋਣ ਲੱਗ ਜਾਣ ਤਾਂ ਇਹਦੇ ਨਾਲ ਕੀ ਅਸਰ ਦੇਖਣ ਨੂੰ ਮਿਲਦਾ ਹੈ? ਸੋ ਇਹਦਾ ਰਾਈਟ ਆਂਸਰ ਹੈ ਆਪਸ਼ਨ ਏ 1 ਐਂਡ 2। ਪਹਿਲੀ ਆਪਸ਼ਨ ਕਹਿ ਰਹੀ ਹੈ ਕਿ ਜਿਹੜਾ ਓਸ਼ਨ ਦੀ ਕਾਰਬਨ ਸਿੰਕ ਵਾਲੀ ਕਪੈਸਿਟੀ ਹੁੰਦੀ ਹੈ ਉਹਦੇ ਉੱਤੇ ਅਸਰ ਪਊਗਾ। ਦੂਜੀ ਚੀਜ਼, ਜਿੰਨੀਆਂ ਵੀ ਓਸ਼ਨ ਦੇ ਅੰਦਰ ਫੂਡ ਚੇਨਸ ਚੱਲਦੀਆਂ ਨੇ ਜਿਹੜੀਆਂ ਕਿਤੇ ਵੀ ਡਾਇਰੈਕਟਲੀ ਇਨਡਾਇਰੈਕਟਲੀ ਇਹਨਾਂ ਫਾਈਟੋਪਲੈਂਕਟਨ ਦੇ ਨਾਲ ਰਿਲੇਟਡ ਨੇ ਉਹਨਾਂ ਉੱਤੇ ਵੀ ਅਸਰ ਪਊਗਾ। ਸੋ ਜਿੰਨੇ ਵੀ ਇਨਵਾਇਰਨਮੈਂਟ ਨਾਲ ਰਿਲੇਟਡ ਇੰਪੋਰਟੈਂਟ ਕਨਸੈਪਟ ਨੇ ਜਿਹੜਾ ਮੈਂ ਆਲਰੇਡੀ ਪੇਡ ਕੋਰਸ ਕਰਵਾ ਰਹੀ ਹਾਂ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦੇ ਲਈ ਸਪੈਸ਼ਲੀ, ਉਹਦੇ ਅੰਦਰ ਮੈਂ ਹਰ ਕਨਸੈਪਟ ਦੇ ਉੱਤੇ ਕੁਛ ਨਾ ਕੁਛ ਨਾਲ ਰਿਲੇਟਡ ਇੰਪੋਰਟੈਂਟ ਕਨਸੈਪਟ ਦੀ ਜਾਣਕਾਰੀ ਜ਼ਰੂਰ ਦੇ ਰਹੀ ਹਾਂ ਸੋ ਦੈਟ ਐਗਜ਼ਾਮ ਦੇ ਵਿੱਚ ਤੁਹਾਡਾ ਕੋਈ ਵੀ ਇੰਪੋਰਟੈਂਟ ਜਿਹੜਾ ਸਪੈਸ਼ਲੀ ਇਨਵਾਇਰਨਮੈਂਟ ਦਾ ਕਨਸੈਪਟ ਹੈ ਉਹ ਬਿਲਕੁਲ ਵੀ ਮਿਸ ਨਾ ਹੋਵੇ। ਸੋ ਉਸ ਕੋਰਸ ਦੇ ਅੰਦਰ ਓਸ਼ਨ ਐਸਿਡਿਫਿਕੇਸ਼ਨ ਕੀ ਹੈ, फाइटोप्लैंक्टन, जू प्लैंक्टन, एसिड रेन हो गया, डिजर्टिफिकेशन, ये सारे जिन्ने भी कंसैप्ट ने ये मैं बहुत ही ज़्यादा चंगी तरह डिस्कस कर रही हूँ। नेक्स्ट इज 104th क्वेश्चन, द फर्स्ट 3 Indian females who scripted history by becoming the first ever women to undergo fighter pilot training in Indian Air Force are। So एक करंट अफेयर बेस्ड क्वेश्चन है ते इहदा राइट आंसर है ऑप्शन ए, अवनी चतुर्वेदी, भावना कंत, मोहना सिंह। पहलियां 3 भारतीय महिला जिन्हां ने हिस्ट्री क्रिएट की है, पहलियां विमेन बनियां ने जिन्हां ने फाइटर पायलट ट्रेनिंग है जिहड़ी एयरफोर्स की ओर लई है। नैक्सट क्वेश्चन है वेरी सिंपल, जे प्रेजिडेंट ते वाइस प्रेजिडेंट दोनों के ऑफिस है वो खाली हो जाए किसी भी कारण करके तो कौन है जिहड़ा थर्ड परसन है प्रेजिडेंट की ड्यूटी परफॉर्म करूगा? सो वो थर्ड लैवल ते जिहड़ा परसन है दैट इज चीफ जस्टिस ऑफ इंडिया, ऑप्शन बी। नैक्सट क्वेश्चन नैशनल एमरजेंसी दे नाल रिलेटेड है। सो आपां ने दसना है कि जे प्रेजिडेंट नैशनल एमरजेंसी डिक्लेयर कर दे तो इन्हां चारां दे विचों एमरजेंसी लगन तो बाद की हो सकता है, किहड़े किहड़े कॉन्सिक्वेंसिस निकल के आउणगे उस एमरजेंसी दे? सो इस क्वेश्चन का राइट आंसर है ऑप्शन बी, फर्स्ट, सैकेंड एंड फोर्थ। तीजी ऑप्शन उरे गलत है, सो आप देख लेने कि थर्ड ऑप्शन क्यों गलत है, क्योंकि उरे लिखा हुआ है भी जे नैशनल एमरजेंसी लगा दे प्रेजिडेंट तो सारे के सारे फंडामेंटल राइट सस्पेंड हो जाते हैं। सो ये गलत है, मेनली मेजरली जिहड़े आर्टिकल 19 वाले फंडामेंटल राइट्स ने वो सस्पेंड किए ने। सो उरे लिखा हुआ ऑल, ए वर्ड उरे गलत है। नैक्सट 108 क्वेश्चन, which of the following statement about vice president are not correct? सो आपां ने दसना है वाइस प्रेजिडेंट नाल रिलेटेड किहड़ियां स्टेटमेंट उरे सही नहीं हन। सो तुसी इनकरैक्ट, करैक्ट, सब तो पहला तो जदों भी कोई क्वेश्चन पेपर देखना है स्पैशली स्टेटमेंट बेस्ड तो तुसी काली नहीं करनी, क्वेश्चन नूं ध्यान दे नाल समझण दी कोशिश करनी है कि उत्थे तुहानूं करैक्ट पुछया होया या फिर इनकरैक्ट। सो हुण उरे है नॉट करैक्ट, मतलब कि ਜਿਹੜੀਆਂ स्टेटमेंट वाइस प्रेजिडेंट ਨੂੰ ਲੈ ਕੇ गलत नहीं। सो इस क्वेश्चन का राइट आंसर है ऑप्शन सी, फर्स्ट एंड फोर्थ। पहली स्टेटमेंट कह रही है in order to be vice president a person must be qualified for election as a member of lok sabha। सो ਜਿਹੜੀ ਇਹ ਕੁਆਲੀਫਿਕੇਸ਼ਨ ਦੀ ਇੱਕ ਰਿਕੁਆਇਰਮੈਂਟ ਹੈ ਸੋ ਇਹ ਹੁੰਦੀ ਹੈ ਪ੍ਰਾਈਮ ਮਿਨਿਸਟਰ ਦੇ ਲਈ ਜਿਵੇਂ कि उन्होंने किसी भी हाउस का मैंबर बनना पऊगा। सो वाइस प्रेजिडेंट लिए जी पहली क्वालिफिकेशन है एक गलत है। तो चौथी स्टेटमेंट भी गलत है, जी फॉर्मल इंपीचमेंट है ये प्रेजिडेंट के केस के विच हुंदी है। जे वाइस प्रेजिडेंट के रिमूवल की गल कर रहे हैं आपां तो उत्थे सिंपली की है राज्य सभा के विच एक रेजोल्यूशन पास किया जा सकता है मेजोरिटी के नाल ते उस तो बाद उन्होंने लोक सभा पास कर सकती है। सो इस तरीके दे नाल ये दो जिहड़ियां स्टेटमेंट ने एक गलत ने। Next question,
109th Quit India movement was launched in response to ਕਿਹੜੀ ਇਹ ਜੀ ਪਲਾਨ ਪ੍ਰਪੋਜ਼ਲ ਜਾਂ ਰਿਪੋਰਟ ਸੀ ਜਿਹਦੇ ਰਿਜ਼ਲਟ ਦੇ ਤੌਰ ਤੇ ਜਿਹਦੇ ਤੋਂ ਬਾਅਦ ਕੁਇਟ ਇੰਡੀਆ ਮੂਵਮੈਂਟ ਲਾਂਚ ਕੀਤੀ ਗਈ ਸੋ ਜਿਹਦੇ ਰਿਸਪੌਂਸ ਦੇ ਤਹਿਤ ਇਹ ਲਾਂਚ ਹੋਈ ਸੋ ਆਪਣਾ ਉਰੇ ਰਾਈਟ ਆਨਸਰ ਹੈ ਆਪਸ਼ਨ ਬੀ ਕ੍ਰਿਪਸ ਪ੍ਰਪੋਜ਼ਲ ਨੈਕਸਟ ਹੈ ਰੌਲਟ ਐਕਟ ਏਮਡ ਐਟ very important ਜਿਹੜਾ ਰੌਲਟ ਐਕਟ ਹੈ ਉਹਦਾ ਸਿੱਧਾ ਜਿਹਾ ਮਕਸਦ ਸੀ ਕਿਸੇ ਨੂੰ ਵੀ ਬਿਨਾਂ ਟਰਾਇਲ ਤੋਂ ਬਿਨਾਂ ਉਹਦੇ ਉੱਤੇ ਕੋਈ ਕੇਸ ਚਲਾਏ ਸਿੱਧਾ ਜੇਲ੍ਹ ਦੇ ਵਿੱਚ ਪਾ ਦਿਓ ਸੋ imprisonment without trial and summary procedure for trial next 111 current affair based question ਹੈ 2018 ਦੇ ਵਿੱਚ FIFA World Cup ਕੌਣ ਹੋਸਟ ਕਰ ਰਿਹਾ ਹੈ ਸੋ ਇਸ ਕੁਐਸਚਨ ਦਾ ਰਾਈਟ ਆਨਸਰ ਸੀ ਆਪਸ਼ਨ ਡੀ ਰਸ਼ੀਆ ਨੈਕਸਟ ਲੋਕਲ ਗਵਰਨਮੈਂਟ ਜੋ ਕੁਐਸਚਨ ਆਇਆ ਹੋਇਆ ਹੈ ਜੇ ਪੰਚਾਇਤ ਡਿਸੋਲਵ ਹੋ ਜਾਵੇ ਖਤਮ ਹੋ ਜਾਵੇ ਤਾਂ ਕਿੰਨੇ ਸਮੇਂ ਦੇ ਅੰਦਰ ਦੁਬਾਰਾ ਇਲੈਕਸ਼ਨਸ ਹੋਣਗੀਆਂ ਨਵੀਂ ਪੰਚਾਇਤ ਦੇ ਲਈ ਸੋ ਦ ਟਾਈਮ ਪੀਰੀਅਡ ਇਜ਼ ਆਪਸ਼ਨ ਸੀ 6 ਮੰਥ very important ਤੇ ਸੇਮ ਟਾਈਮ ਪੀਰੀਅਡ ਹੈ ਮਿਊਨਿਸਪੈਲਿਟੀ ਦੇ ਕੇਸ ਵਿੱਚ ਨੈਕਸਟ ਇਜ਼ ਆਪਣੇ ਕੋਲ ਅਲੱਗ-ਅਲੱਗ ਤਿੰਨ ਕਮੇਟੀਜ਼ ਨੇ ਇਹ ਬੇਸਿਕਲੀ ਜਿਹੜਾ ਕੁਐਸਚਨ ਹੈ ਇਕਨੋਮਿਕਸ ਦਾ ਕੁਐਸਚਨ ਹੈ ਬਹੁਤ ਹੀ ਜ਼ਿਆਦਾ ਸਿੰਪਲ ਡਾਇਰੈਕਟ ਕਮੇਟੀਜ਼ ਚੋਂ ਕੁਐਸਚਨ ਪੁੱਛਿਆ ਹੋਇਆ ਹੈ ਪਰ ਕਾਫੀ ਵਾਰੀ ਕੀ ਹੁੰਦਾ ਕਿ ਆਪਾਂ ਸਿਰਫ ਕਨਸੈਪਟਸ ਕਰਕੇ ਚਲੇ ਜਾਂਦੇ ਆ ਜਿੰਨੀਆਂ ਵੀ ਬੈਂਕਿੰਗ ਨਾਲ ਰਿਲੇਟਡ ਇਕਨੋਮਿਕਸ ਨਾਲ ਲੋਕਲ ਗਵਰਨਮੈਂਟ ਦੀਆਂ ਜਿਨ੍ਹਾਂ ਦੇ ਅੰਦਰ ਕਨਸਟੀਟਿਊਸ਼ਨਲ ਅਮੈਂਡਮੈਂਟ ਹੋਈਆਂ ਨੇ ਜਿਵੇਂ ਬਲਵੰਤ ਰਾਏ ਮਹਿਤਾ ਕਮੇਟੀ ਹੋ ਗਈ ਪੰਚਾਇਤ ਨਾਲ ਰਿਲੇਟਡ ਇਹ ਸਾਰੀਆਂ ਕਮੇਟੀਜ਼ ਇਹਨਾਂ ਉੱਤੇ ਸਪੈਸ਼ਲ ਫੋਕਸ ਕਰਕੇ ਤੁਸੀਂ ਜ਼ਰੂਰ ਤਿਆਰ ਕਰਕੇ ਜਾਣੀਆਂ ਨੇ ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਡੀ all of these ਸੋ ਇਹ ਸਾਰੇ ਬਿਲਕੁਲ ਸਹੀ ਤਰੀਕੇ ਨਾਲ ਕਮੇਟੀਜ਼ ਮੈਚ ਕੀਤੀਆਂ ਹੋਈਆਂ ਨੇ ਪਹਿਲੀ ਜਿਹੜੀ ਤੰਦੂਲਕਰ ਕਮੇਟੀ ਹੈ ਜਿਹਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਜੇ ਆਪਾਂ ਨੇ ਗਰੀਬੀ ਮਾਪਣੀ ਹੈ ਤਾਂ ਉਹਦੇ ਕਿਹੜੇ-ਕਿਹੜੇ ਮੈਥਡ ਹੋਣਗੇ ਸੋ ਟੂ ਰਿਵਿਊ ਦ ਮੈਥਡੋਲੋਜੀ ਫॉर ਐਸਟੀਮੇਸ਼ਨ ਆਫ ਪਾਵਰਟੀ ਦੂਜੀ ਹੈ ਸਕਸੇਨਾ ਕਮੇਟੀ ਇਹ ਦੱਸਦੀ ਹੈ ਬਿਲੋ ਪਾਵਰਟੀ ਲਾਈਨ ਸੈਂਸਸ ਪੇਂਡੂ ਖੇਤਰਾਂ ਦੇ ਵਿੱਚ ਜੇ ਕੰਡਕਟ ਕਰਨਾ ਹੈ ਉਹਦਾ ਕੀ ਤਰੀਕਾ ਹੋਊਗਾ ਥਰਡ ਅਰਬਨ ਏਰੀਆਜ਼ ਦੇ ਵਿੱਚ ਬਿਲੋ ਪਾਵਰਟੀ ਲਾਈਨ ਫੈਮਲੀਜ਼ ਆਪਾਂ ਨੇ ਕਿਵੇਂ ਲੱਭਣੀਆਂ ਨੇ ਉਹਦਾ ਤਰੀਕਾ ਕੀ ਹੋਊਗਾ ਸੋ ਇਹ ਹੈ ਹਾਸ਼ਿਮ ਕਮੇਟੀ ਸੋ ਤੰਦੂਲਕਰ ਸਕਸੇਨਾ ਹਾਸ਼ਿਮ ਕਮੇਟੀ ਤਿੰਨੋਂ ਡਾਇਰੈਕਟਲੀ ਇਨਡਾਇਰੈਕਟਲੀ ਪਾਵਰਟੀ ਦੇ ਨਾਲ ਰਿਲੇਟਡ ਨੇ ਤੇ ਅਲੱਗ-ਅਲੱਗ ਤਰ੍ਹਾਂ ਦੇ ਚੀਜ਼ਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਕੋਲ ਸਰਵੇ ਕੰਡਕਟ ਕਰਨ ਦੇ ਲਈ ਆਪਣੇ ਤਰੀਕੇ ਦੱਸ ਰਹੀਆਂ ਨੇ ਨੈਕਸਟ ਹ੍ਰਿਦੇ ਸੋ ਇੱਕ ਗਵਰਨਮੈਂਟ ਸਕੀਮ ਦੇ ਉੱਤੇ ਕੁਐਸਚਨ ਆਇਆ ਹੋਇਆ ਹ੍ਰਿਦੇ ਦੀ ਫੁੱਲ ਫਾਰਮ ਹੈ ਹੈਰੀਟੇਜ ਸਿਟੀ ਡਿਵੈਲਪਮੈਂਟ ਐਂਡ ਆਗਮੈਂਟੇਸ਼ਨ ਯੋਜਨਾ aims to bring together urban planning, economic growth, heritage conservation, beside beautification in an inclusive and integrated manner with focus on. So ਹ੍ਰਿਦੇ ਇੱਕ ਇਹੋ ਪ੍ਰੋਗਰਾਮ ਹੈ ਪਲਾਨਿੰਗ ਹੈ ਜਿਹਦੇ ਵਿੱਚ ਮੇਨ ਫੋਕਸ ਕਿਹੜੀਆਂ ਚੀਜ਼ਾਂ ਉੱਤੇ ਕੀਤਾ ਜਾ ਰਿਹਾ ਇੱਕ ਤਾਂ ਆਪਣੇ ਕੋਲ ਕੁਐਸਚਨ ਦੇ ਵਿੱਚ ਹੀ ਦੱਸਿਆ ਹੋਇਆ ਹੈ ਵੀ ਅਰਬਨ ਪਲਾਨਿੰਗ ਉੱਤੇ ਹੈਰੀਟੇਜ ਕੰਜ਼ਰਵੇਸ਼ਨ ਉੱਤੇ ਨਾਲ ਹੋਰ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਚੱਲਣ ਦੀ ਗੱਲ ਕੀਤੀ ਗਈ ਹੈ ਸੋ ਨਾਲ ਆਪਾਂ ਨੇ ਇਹਦੇ ਅੰਦਰ ਕਿਹਾ ਗਿਆ ਕਿ ਸਾਫ਼ ਸਫਾਈ ਉੱਤੇ ਵੀ ਫੋਕਸ ਕਰਨਾ ਹੈ ਡਰੇਨੇਜ ਉੱਤੇ ਵਾਟਰ ਸਪਲਾਈ ਉੱਤੇ ਵੇਸਟ ਮੈਨੇਜਮੈਂਟ ਉੱਤੇ ਸੋ ਇਹ ਚਾਰੋਂ ਆਪਸ਼ਨ ਹ੍ਰਿਦੇ ਸਕੀਮ ਦੇ ਅੰਦਰ ਆਉਂਦੀਆਂ ਨੇ ਰਾਈਟ ਆਨਸਰ ਇਜ਼ ਆਪਸ਼ਨ A 1 2 3 and 4 next 114th question ਹੈ consider the following about lead bank role in lead bank scheme very basic and important question so ਇਸ question ਦਾ right answer ਹੈ option D lead bank scheme ਦੇ ਨਾਲ related ਇਹ ਤਿੰਨੋਂ statement ਬਿਲਕੁਲ ਸਹੀ ਨੇ ਪਹਿਲੀ statement ਕਹਿ ਰਹੀ ਹੈ ਕਿ ਇਸ ਬੈਂਕ ਦਾ ਮਕਸਦ ਹੈ ਜਿੰਨੇ ਵੀ ਕੋਆਪਰੇਟਿਵ ਬੈਂਕ ਨੇ ਕਮਰਸ਼ੀਅਲ ਬੈਂਕ ਨੇ ਜਾਂ ਹੋਰ ਜੋ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਕਿਸੇ ਵੀ ਡਿਸਟ੍ਰਿਕਟ ਦੇ ਅੰਦਰ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਇੱਕ ਕੋਆਰਡੀਨੇਸ਼ਨ ਬਿਠਾਉਣੀ ਦੂਜੇ ਨੰਬਰ ਤੇ ਜਿੰਨੇ ਵੀ ਅਨਬੈਂਕ ਡਿਸਟ੍ਰਿਕਟਸ ਨੇ ਜਿੱਥੇ ਨਵੀਆਂ ਬ੍ਰਾਂਚਿਸ ਖੋਲਣ ਦੀ ਲੋੜ ਹੈ ਉਹਨਾਂ ਨੂੰ ਲੱਭਣਾ ਕਿ ਕਿੱਥੇ-ਕਿੱਥੇ ਬੈਂਕਾਂ ਦੀ ਕਮੀ ਹੈ ਸਰਵੇ ਕਰਨਾ ਸੋ ਇਹ ਵੀ ਲੀਡ ਬੈਂਕ ਦਾ ਰੋਲ ਹੈ ਥਰਡ ਹੈ ਟੂ ਐਸਟੀਮੇਟ ਦ ਡਿਪੋਜ਼ਿਟ ਪੋਟੈਂਸ਼ੀਅਲ ਐਂਡ ਕ੍ਰੈਡਿਟ ਗੈਪ ਫਿਲ ਦ ਵੈਕਿਊਮ ਜਿਹੜੇ ਵੀ ਡਿਸਟ੍ਰਿਕਟਸ ਦੇ ਅੰਦਰ ਕਿਤੇ ਪੈਸੇ ਦੀ ਕੋਈ ਪ੍ਰੋਬਲਮ ਹੈ ਬੈਂਕ ਦੇ ਅੰਦਰ ਕੋਈ ਹੋਰ ਫਾਈਨੈਂਸ਼ੀਅਲ ਇਸ਼ੂ ਹੈ ਡਿਪੋਜ਼ਿਟ ਪੋਟੈਂਸ਼ੀਅਲ ਦੇਖਣਾ ਕਿੰਨਾ ਹੈ ਸੋ ਉਹ ਸਾਰੀਆਂ ਚੀਜ਼ਾਂ ਨੂੰ ਵੀ ਮੈਜ਼ਰ ਕਰਦੀ ਹੈ ਐਸਟੀਮੇਸ਼ਨ ਕਰਦੀ ਹੈ ਲੀਡ ਬੈਂਕ ਸੋ ਇਹ ਤਿੰਨੋਂ ਰੋਲ ਲੀਡ ਬੈਂਕ ਦੇ ਬਿਲਕੁਲ ਸਹੀ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਡੀ ਨੈਕਸਟ ਨਬਾਰਡ ਨੂੰ ਲੈ ਕੇ ਆਪਾਂ ਨੇ ਦੱਸਣਾ ਹੈ ਵੀ ਇਹ ਤਿੰਨੋਂ ਜਿਹੜੀਆਂ ਸਟੇਟਮੈਂਟਸ ਨੇ ਇਹਨਾਂ ਦੇ ਵਿੱਚੋਂ ਕਿਹੜੀ ਸਹੀ ਹੈ ਜਾਂ ਫਿਰ ਇਹ ਤਿੰਨੋਂ ਹੀ ਸਹੀ ਨੇ
पहली स्टेटमेंट है नबार्ड एक एपेक्स बैंक है, टॉप लैवल का बैंक है इंडिया के अंदर ते ਇਹਦੇ ਹੈੱਡਕੁਆਰਟਰਸ ਨੇ ਮੁੰਬਈ ਵਿੱਚ ਸੋ ਇਹ ਸਟੇਟਮੈਂਟ ਤਾਂ ਬਿਲਕੁਲ ਠੀਕ ਹੈ। ਦੂਜਾ ਇਹਦੀ ਇਸਟੈਬਲਿਸ਼ਮੈਂਟ ਦੀ ਗੱਲ ਕਰ ਰਿਹਾ ਨਬਾਰਡ ਨੂੰ ਇੱਕ ਸਪੈਸ਼ਲ ਐਕਟ ਪਾਸ ਕਰਕੇ ਪਾਰਲੀਮੈਂਟ ਨੇ ਬਣਾਇਆ ਸੀ 12 ਜੁਲਾਈ 1982 ਨੂੰ। ਦਿਸ ਸਟੇਟਮੈਂਟ ਇਜ਼ ਆਲਸੋ ਕਰੈਕਟ। ਤੀਜੀ ਸਟੇਟਮੈਂਟ ਕਹਿ ਰਹੀ ਹੈ ਕਿ ਜਿਹੜੀ ਆਰਬੀਆਈ ਹੈ ਰਿਜ਼ਰਵ ਬੈਂਕ ਆਫ ਇੰਡੀਆ ਇੰਡੀਆ ਦਾ ਸੈਂਟਰਲ ਬੈਂਕ ਹੈ sold its stake in NABARD to the Government of India, which now hold 99% stake. NABARD was established on the recommendation of Shiva Raman Committee. So NABARD ਤਿਆਰ ਕੀਤਾ ਗਿਆ ਸੀ ਸ਼ਿਵਾ ਰਮਨ ਕਮੇਟੀ ਦੀ ਰეკਮੈਂਡੇਸ਼ਨ ਉੱਤੇ ਤੇ ਆਰਬੀਆਈ ਨੇ ਜਿਹੜਾ ਆਪਣਾ ਸ਼ੇਅਰ ਸੀ ਨਬਾਰਡ ਦੇ ਅੰਦਰ ਉਹ ਭਾਰਤ ਸਰਕਾਰ ਨੂੰ ਵੇਚਦਾ। ਸੋ ਇਹ ਤਿੰਨੋਂ ਸਟੇਟਮੈਂਟ ਹੀ ਬਿਲਕੁਲ ਸਹੀ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਡੀ। ਨੈਕਸਟ ਕੁਐਸਚਨ स्वदेशी बायकॉट ਇਹ ਸਟਰਗਲ ਦੇ ਮੈਥਡ ਸੀ ਅੰਦੋਲਨ ਦੇ ਮੈਥਡ ਸੀ ਪਹਿਲੀ ਵਾਰੀ ਕਿਹੜੀ ਮੂਵਮੈਂਟ ਦੇ ਅੰਦਰ ਇਹਨਾਂ ਦੀ ਵਰਤੋਂ ਕੀਤੀ ਗਈ ਇਹਨਾਂ ਮੈਥਡਸ ਦੀ ਸੋ ਉਹ ਸੀ ਜਦੋਂ ਬੰਗਾਲ ਦੀ ਪਾਰਟੀਸ਼ਨ ਦੇ ਅਗੇਂਸਟ ਲੜਾਈ ਸ਼ੁਰੂ ਹੋਈ ਐਜੀਟੇਸ਼ਨ ਅਗੇਂਸਟ ਦ ਪਾਰਟੀਸ਼ਨ ਆਫ ਬੰਗਾਲ ਸੋ ਉੱਥੋਂ स्वदेशी ਤੇ ਬਾਇਕਾਟ ਪਹਿਲੀ ਵਾਰੀ ਅਡਾਪਟ ਕੀਤੇ ਗਏ। ਨੈਕਸਟ ਹੈ ਮਸਾਲਾ ਬੌਂਡਸ ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ ਸੋ ਇਹ इकनॉमिक्स का करंट इशू बेस्ड क्वेश्चन है मसाला बॉन्ड्स बारे। सो ਇਹਦੇ ਲਈ ਰਾਈਟ ਆਨਸਰ ਹੈ ਆਪਸ਼ਨ ਬੀ। these are issued outside India but denominated in Indian rupee। ਇੰਡੀਆ ਤੋਂ ਬਾਹਰ ਇਸ਼ੂ ਕੀਤੇ ਜਾਂਦੇ ਨੇ ਪਰ ਜਿਨ੍ਹਾਂ ਦੀ ਡਿਨੋਮੀਨੇਸ਼ਨ ਹੈ ਇਹਨਾਂ ਦੀ ਜਿਹੜੀ ਕੈਲਕੂਲੇਸ਼ਨ ਮੈਜ਼ਰਮੈਂਟ ਹੈ ਉਹ ਇੰਡੀਅਨ ਰੁਪੀ ਵਿੱਚ ਹੀ ਕੀਤੀ ਜਾਂਦੀ ਹੈ। ਜਿਹੜੇ ਕਰੰਸੀ ਦੇ ਰਿਸਕ ਹੁੰਦੇ ਨੇ ਜਾਂ ਕੋਈ ਵੀ ਐਕਸਚੇਂਜ ਰੇਟ ਦੇ ਵਿੱਚ ਅਪ ਡਾਊਨ ਜਾਂਦੇ ਨੇ ਜੋ ਇਨਵੈਸਟ ਕਰਦੇ ਨੇ ਮਸਾਲਾ ਬੌਂਡ ਦੇ ਵਿੱਚ ਉਹੀ ਇਹਦੀ ਭਰਪਾਈ ਕਰਦੇ ਨੇ। ਸੋ ਇਹ ਵੀ ਸਟੇਟਮੈਂਟ ਸਹੀ ਹੈ। ਸੋ ਰਾਈਟ ਆਨਸਰ ਇਜ਼ ਆਪਸ਼ਨ 1 ਐਂਡ 2। ਸੋ ਨੈਕਸਟ ਕੁਐਸਚਨ ਹੈ ਸੈਟੇਲਾਈਟ ਦੇ ਉੱਤੇ ਜੀਓ ਸਿੰਕਰੋਨੀਅਸ ਸੈਟੇਲਾਈਟ ਲਾਂਚ ਵਹੀਕਲ ਨੂੰ ਲੈ ਕੇ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ। ਜਦੋਂ ਆਪਣੇ ਕੋਲ ਸਿਲੇਬਸ ਅੰਦਰ ਸਾਇੰਸ ਐਂਡ ਟੈਕਨੋਲੋਜੀ ਸਬਜੈਕਟ ਹੁੰਦਾ ਤਾਂ ਸਾਇੰਸ ਦੇ ਅੰਦਰ ਆਪਾਂ ਸਿੱਧੀ ਫਿਜ਼ਿਕਸ ਕੈਮਿਸਟਰੀ ਬਾਇਓ ਤਿਆਰ ਕਰਕੇ ਜਾਂਦੇ ਹਾਂ 10th ਕਲਾਸ ਤੱਕ ਦੇ ਲੈਵਲ ਦੀ। ਪਰ ਜਿੱਥੇ ਟੈਕਨੋਲੋਜੀ ਵਰਡ ਨਾਲ ਹੋਵੇ ਤਾਂ ਉਦੋਂ ਵੀ ਆਪਾਂ ਨੇ ਓਨੀ ਹੀ ਚੰਗੀ ਤਰ੍ਹਾਂ ਤਿਆਰ ਕਰਕੇ ਜਾਣਾ ਤੇ ਉਹਦੇ ਅੰਦਰ ਇੱਕ ਤਾਂ ਆਪਾਂ ਨੇ ਜਿਹੜੀਆਂ ਵੀ ਕਰੰਟ ਅਫੇਅਰ ਬੇਸਡ ਟੈਕਨੋਲੋਜੀਜ਼ ਹੁੰਦੀਆਂ ਨੇ ਉਹ ਕਰਨੀਆਂ ਨੇ ਨਾਲ ਮੇਨ ਫੋਕਸ ਦੇਣਾ ਆਪਾਂ ਨੇ ਡਿਫੈਂਸ ਨਿਊਕਲੀਅਰ ਸਪੇਸ ਇਹ ਤਿੰਨ ਟੌਪਿਕਸ ਉੱਤੇ। ਸੋ ਇਹਨਾਂ ਤਿੰਨ ਟੌਪਿਕ ਨੂੰ ਬਿਲਕੁਲ ਵੀ ਮਿਸ ਨਹੀਂ ਕਰਨਾ। ਸੋ ਹੁਣ ਆਪਾਂ ਆਪਣਾ ਕੁਐਸਚਨ ਦੇਖ ਲੈਂਦੇ ਹਾਂ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਬੀ। ਫਰਸਟ ਸੈਕਿੰਡ ਥਰਡ ਸਟੇਟਮੈਂਟ GSLV ਦੇ ਨਾਲ ਰਿਲੇਟਡ ਬਿਲਕੁਲ ਸਹੀ ਨੇ। ਪਹਿਲੀ ਸਟੇਟਮੈਂਟ ਕਹਿ ਰਹੀ ਹੈ ਇਹਨੂੰ ਡਿਵੈਲਪ ਕੀਤਾ ਸੀ ਜਿਹੜੀ ਇਨਸੈਟ ਸੀਰੀਜ਼ ਸੀ ਸੈਟੇਲਾਈਟਸ ਦੀ ਉਹਨੂੰ ਲਾਂਚ ਕਰਨ ਦੇ ਲਈ। ਸੋ ਇਹ ਬਿਲਕੁਲ ਸਹੀ ਹੈ। ਬੇਸਿਕਲੀ GSLV ਦੇ ਨਾਲ ਕੀ ਹੈ ਜਿਹੜੀਆਂ ਸੈਟੇਲਾਈਟਸ ਨੇ ਉਹਨਾਂ ਨੂੰ ਜੀਓ ਸਿੰਕਰੋਨੀਅਸ ਟ੍ਰਾਂਸਫਰ ਆਰਬਿਟਸ ਦੇ ਵਿੱਚ ਭੇਜਿਆ ਜਾਂਦਾ। 3 ਸਟੇਜ ਲਾਂਚ ਕੀਤੀ ਗਈ ਹੈ। ਚੌਥੀ ਸਟੇਟਮੈਂਟ ਹੈ ਜਿਹੜੀ ਕਿ ਇਹਦੇ ਅੰਦਰ ਕ੍ਰਾਇਓਜੈਨਿਕ ਇੰਜਨ ਦੀ ਵਰਤੋਂ ਨਹੀਂ ਕੀਤੀ ਜਾਂਦੀ। ਸੋ ਇਹ ਸਟੇਟਮੈਂਟ ਬਿਲਕੁਲ ਗਲਤ ਹੈ। ਨੈਕਸਟ ਕੁਐਸਚਨ 120। ਸੋ ਹੁਣ ਕ੍ਰਾਇਓਜੈਨਿਕ ਇੰਜਨ ਦੇ ਨਾਲ ਹੀ ਰਿਲੇਟਡ ਅਗਲਾ ਕੁਐਸਚਨ ਆ ਗਿਆ। In the context of cryogenic engine, which of the following statement are true? ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਸੀ। ਪਹਿਲੀ ਸਟੇਟਮੈਂਟ ਕਹਿ ਰਹੀ ਹੈ it is most efficient and provide more thrust for every kilogram of propellant it burn। ਜਿਹੜਾ ਕ੍ਰਾਇਓਜੈਨਿਕ ਇੰਜਨ ਹੈ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਪਾਵਰ ਦਿੰਦਾ ਹੈ ਪੁਸ਼ ਦਿੰਦਾ ਹੈ ਜਿਹੜੇ ਵੀ ਵਹੀਕਲ ਦੇ ਵਿੱਚ ਵਰਤੋਂ ਹੁੰਦਾ ਕੀਤੀ ਜਾਂਦੀ ਹੈ ਤਾਂ ਜਿਵੇਂ ਹੀ 1 ਕਿਲੋਗ੍ਰਾਮ ਦਾ ਪ੍ਰੋਪੈਲੈਂਟ ਬਰਨ ਕੀਤਾ ਜਾਂਦਾ ਹੈ ਤਾਂ ਇਹ ਬਹੁਤ ਹੀ ਜ਼ਿਆਦਾ ਮਜ਼ਬੂਤੀ ਦੇ ਨਾਲ ਐਫੀਸ਼ੀਐਂਟਲੀ ਉਸ ਵਹੀਕਲ ਨੂੰ ਥਰਸਟ ਦਿੰਦਾ ਹੈ ਇੱਕ ਪੁਸ਼ ਦਿੰਦਾ ਹੈ ਪਾਵਰ ਦਿੰਦਾ ਹੈ ਜਿਹੜਾ ਉਹਨੂੰ ਸਹੀ ਤਰੀਕੇ ਨਾਲ ਚੱਲਣ ਵਿੱਚ ਮਦਦ ਕਰਦਾ ਹੈ। ਤੀਜੀ ਸਟੇਟਮੈਂਟ ਕਹਿ ਰਹੀ ਹੈ ਇਹਦੇ ਅੰਦਰ ਲਿਕੁਇਡ ਹਾਈਡਰੋਜਨ ਹੈ ਤੇ ਲਿਕੁਇਡ ਆਕਸੀਜਨ ਹੈ ਘੱਟ ਟੈਂਪਰੇਚਰ ਉੱਤੇ ਐਟ ਵੈਰੀ ਲੋ ਟੈਂਪਰੇਚਰ। ਸੋ ਦੂਜੀ ਸਟੇਟਮੈਂਟ ਤੇ ਤੀਜੀ ਸਟੇਟਮੈਂਟ ਦੇ ਵਿੱਚ ਸਿਰਫ ਟੈਂਪਰੇਚਰ ਵਰਡ ਹੈ ਜਿਹੜਾ ਹਾਈ ਲੋ ਇਹੀ ਫਰਕ ਹੈ ਤੇ ਇਹ ਜੇ ਤੁਸੀਂ ਇਹਨੂੰ ਡੀਪਲੀ ਟੌਪਿਕ ਨੂੰ ਕੀਤਾ ਹੋਊਗਾ ਤੁਹਾਨੂੰ ਸਿਰਫ ਤਾਂ ਹੀ ਐਗਜ਼ਾਮ ਦੇ ਵਿੱਚ ਆਉਂਦਾ ਹੋਊਗਾ। ਸੋ ਉਰੇ ਜਿਹੜਾ ਹਾਈ ਟੈਂਪਰੇਚਰ ਹੈ ਇਹ ਆਪਸ਼ਨ ਗਲਤ ਹੈ। ਲੋ ਟੈਂਪਰੇਚਰ ਦੇ ਉੱਤੇ ਲਿਕੁਇਡ ਹਾਈਡਰੋਜਨ ਤੇ ਲਿਕੁਇਡ ਆਕਸੀਜਨ ਦੀ ਵਰਤੋਂ ਕੀਤੀ ਜਾਂਦੀ ਹੈ ਕ੍ਰਾਇਓਜੈਨਿਕ ਇੰਜਨ ਦੇ ਅੰਦਰ। After USA, Russia, European Union, China, Japan, India too has this।
सो हुण इंडिया दे कोल भी अपने लॉन्च व्हीकल्स के अंदर क्रायोजेनिक इंजन ने। सो ये स्टेटमेंट भी सही है ते इस क्वेश्चन का राइट आंसर है ऑप्शन सी। सो ये भी एक तरह तरीके दे नाल साइंस एंड टैक्नोलॉजी का करंट इशू बेस्ड क्वेश्चन है। नैक्सट वेरी इंपॉर्टेंट, ਜਦੋਂ ਵੀ ਮੈਂ ਤੁਹਾਨੂੰ ਕਿਸੇ ਵੀ ਤੁਸੀਂ ਦੇਖਿਆ ਹੋਗਾ ਮੰਥਲੀ ਕਰੰਟ ਅਫੇਅਰ ਦੀ ਵੀਡੀਓ ਅਪਲੋਡ ਕਰਦੀ ਆ, ਉਹਦੇ ਵਿੱਚ ਮੈਂ ਘੱਟੋ ਘੱਟ 3-4 ਵਾਰੀ ਰਿਪੀਟ ਕਰ ਦਿੰਦੀ ਆ ਵੀ ਤੁਸੀਂ ਡਿਫੈਂਸ ਐਕਸਰਸਾਈਜ਼ਸ, ਨੇਵਲ ਐਕਸਰਸਾਈਜ਼ਸ ਬਿਲਕੁਲ ਵੀ ਮਿਸ ਨਹੀਂ ਕਰਨੀਆਂ, ਕਿਉਂਕਿ ਐਗਜ਼ਾਮ ਦੇ ਵਿੱਚ 101% ਡਾਇਰੈਕਟਲੀ ਕੁਐਸਚਨ ਪੁੱਛਿਆ ਜਾਂਦਾ ਹੈ। ਸੋ ਹੁਣ ਨੈਕਸਟ ਕੁਐਸਚਨ ਵੀ ਆਪਣਾ ਨੇਵਲ ਐਕਸਰਸਾਈਜ਼ ਦੇ ਨਾਲ ਰਿਲੇਟਡ ਹੈ। ਮਾਲਾਬਾਰ ਮਾਲਾਬਾਰ ਕਿਹੜੀਆਂ 3 ਕੰਟਰੀਜ਼ ਦੇ ਵਿਚਕਾਰਲੀ नेवल एक्सरसाइज है। सो इधर राइट आंसर है ऑप्शन बी, इंडिया, जापान, यूएसए। वेरी इंपॉर्टेंट क्वेश्चन, चाहे 2018 च आ चुके हैं पर जेडे स्टूडेंट्स हुण आने वाले कोऑपरेटिव इंस्पैक्टर की तैयारी कर रहे हैं वो भी दोबारा मालाबार नूं जरूर पढ़ के जान, क्योंकि ऑलमोस्ट हर बार हर क्वेश्चन दे विच डायरैक्टली इनडायरैक्टली किसी भी फॉर्म दे विच रिपीट हुंदा रहिंदा है। सो मालाबार एक्सरसाइज बहुत ही ज़्यादा इंपॉर्टेंट है एग्जाम के लिए। नैक्सट क्वेश्चन देखते हैं, कंसीडर द फॉलोइंग स्टेटमेंट, इन्हां दे विचों दसना है किहड़ी स्टेटमेंट सही है। सो ये पहली स्टेटमेंट कह रही है जिहड़ी बीटी कॉटन है ट्रांसजेनिक प्लांट, बीटी का मतलब है क्लोस्ट्रेडियम थ्यूरेंजेनेसिस। दूजी स्टेटमेंट कह रही है बीटी जीन फंजाई तो आंदा। तीजी स्टेटमेंट कह रही है नेमेटोड रेजिस्टेंस ट्रांसजेनिक कॉटन has been produced by inserting BT gene। So एक करंट अफेयर बेस्ड क्वेश्चन है ते इधर राइट आंसर है ऑप्शन डी, नन ऑफ दीज, क्योंकि इन्हां विचों कोई भी स्टेटमेंट सही नहीं है। ਜਿਹੜੀ फर्स्ट स्टेटमेंट है ये चाहे करंट अफेयर बेस्ड क्वेश्चन है पर थोड़े लिए हुण भी ये बहुत इंपॉर्टेंट है, क्योंकि जनरली ਜਿਹੜੇ ਵੀ करंट अफेयर ਦੇ ਵਿੱਚ ਇਹ ਮੋਡੀਫਾਈਡ ਜੈਨੇਟਿਕਲੀ ਮੋਡੀਫਾਈਡ ਪਲਾਂਟਸ ਹੁੰਦੇ ਨੇ ਇਹਨਾਂ ਬਾਰੇ ਕੋਈ ਨਾ ਕੋਈ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ। ਸੋ ਤੁਹਾਨੂੰ BT ਦੀ ਸਹੀ ਫੁੱਲ ਫਾਰਮ ਜ਼ਰੂਰ ਪਤਾ ਹੋਣੀ ਚਾਹੀਦੀ ਹੈ। BT ਸਟੈਂਡਸ ਫॉर ਬੈਸਿਲਸ ਥ੍ਰੈਂਜਨਾਈਸਿਸ। ਤੇ ਇੱਕ ਹੋਰ ਚੀਜ਼ ਜਿਹੜੀ BT ਕਾਟਨ ਹੈ ਇੱਕ ਪੈਸਟ ਰੈਜ਼ਿਸਟੈਂਟ ਪਲਾਂਟ ਹੈ, ਸੋ ਤੁਹਾਨੂੰ ਇਹ ਵੀ ਐਗਜ਼ਾਮ ਦੇ ਲਈ ਪਤਾ ਹੋਣਾ ਚਾਹੀਦਾ ਹੈ। ਨੈਕਸਟ ਅਗੇਨ ਕਰੰਟ ਅਫੇਅਰ ਬੇਸਡ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਇਜ਼ ਕਰੈਕਟ ਅਬਾਊਟ ਪਿਗ 26। सो पिग 26 पहला एनिमल है जिन्हों क्रिएट किया गया बाय जीन एडिटिंग, ऑप्शन बी इज द राइट आंसर। ते जीन एडिटिंग हो गया इस तरह के जिहड़े टॉपिक्स ने स्पैशली जिहड़े मैं नोट्स तैयार किए ने साइंस एंड टैक्नोलॉजी दे उन्हां दे अंदर अलग तो एंड दे उत्ते ये टॉपिक मैं ऐड किए हैं। नैक्सट क्वेश्चन है, एक साइड उत्ते आपां नूं वॉरहेड्स ने, दूजी साइड ते उन्हां दी टाइप है। सो हुण आपां देख लैंदे हां राइट आंसर की है तेजस। तेजस एक लाइट कॉम्बैट एयरक्राफ्ट है। अर्जुन है एक मेन बैटल टैंक। धनुष शिप बेस्ड मिसाइल है। अस्त्र एयर टू एयर मिसाइल है। सो इस क्वेश्चन का सही उत्तर है ऑप्शन ए। नैक्सट करंट अफेयर बेस्ड क्वेश्चन, केड़ी अमेरिकन मल्टीनैशनल है जिन्हें 77% फ्लिपकार्ट के शेयर्स खरीदे ने। सो वो है वॉलमार्ट, ऑप्शन बी। अर्थ आर ਕਲਾਈਮੇਟ ਚੇਂਜ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨ ਦੇ ਲਈ ਵਰਲਡ ਲੈਵਲ ਦੇ ਉੱਤੇ ਮੂਵਮੈਂਟ ਚਲਾਈ ਜਾਂਦੀ ਹੈ। ਸੋ ਆਰਗੇਨਾਈਜੇਸ਼ਨ ਦਾ ਆਪਾਂ ਨੇ ਨਾਮ ਦੱਸਣਾ ਹੈ ਜਿਹਦੇ ਦੁਆਰਾ ਅਰਥ ਆਰ ਚਲਾਈ ਜਾਂਦੀ ਹੈ। ਸੋ ਦ ਰਾਈਟ ਆਂਸਰ ਇਜ਼ ਆਪਸ਼ਨ ਬੀ, WWF। WWF ਦੀ ਫੁੱਲ ਫਾਰਮ ਹੈ ਵਰਲਡ ਵਾਈਡ ਫੰਡ ਫॉर ਨੇਚਰ। ਨੈਕਸਟ ਇਜ਼ ਪੰਜਾਬ ਦੇ ਅੰਦਰ ਸਮਾਰਟ ਸਿਟੀ ਮਿਸ਼ਨ ਦੇ ਅੰਦਰ ਕਿਹੜੀਆਂ ਸਿਟੀਜ਼ ਆਉਂਦੀਆਂ ਨੇ। ਸੋ ਸਹੀ ਉੱਤਰ ਹੈ ਆਪਸ਼ਨ ਏ, ਲੁਧਿਆਣਾ, ਅੰਮ੍ਰਿਤਸਰ, ਜਲੰਧਰ। एंड्रॉयड एक मोबाइल ऑपरेटिंग सिस्टम है, केड़ी कंपनी के द्वारा इन्हू डिजाइन किया गया। सो द राइट आंसर इज ऑप्शन सी, गूगल। नैक्सट आपां ने दसना है भी जेड़ी भी अपने कोल चीज़ां ने इन्हां नू आपां किस चीज़ के अंदर मैजर करते हैं। सो इन्हां दे मैजरिंग यूनिट्स दसने ने आपां ने। सो राइट आंसर है पहला है मैच। मैच है जिहड़ा इहनू आपां स्पीड दे नाल मैजर करते हैं। दूजा है डेसीबल। डेसीबल आपां साउंड है जिहड़ी ਉਹਨੂੰ ਆਪਾਂ ਡੈਸੀਬਲਸ ਦੇ ਵਿੱਚ ਮੈਜ਼ਰ ਕਰਦੇ ਹਾਂ। ਫਿਰ ਆਉਂਦੀ ਹੈ ਹਾਰਟਸ, ਕਿਸੇ ਵੀ ਚੀਜ਼ ਦੀ ਫ੍ਰੀਕੁਐਂਸੀ ਨੂੰ ਆਪਾਂ ਹਾਰਟਸ ਦੇ ਵਿੱਚ ਮਾਪਦੇ ਹਾਂ। ਤੇ ਫਿਰ ਹੈ ਆਪਣੇ ਕੋਲ ਪਾਰਸੈਕ, ਡਿਸਟੈਂਸ ਨੂੰ ਆਪਾਂ ਪਾਰਸੈਕ ਦੇ ਵਿੱਚ ਮੈਜ਼ਰ ਕਰਦੇ ਹਾਂ। ਸੋ ਰਾਈਟ ਆਨਸਰ ਹੈ ਆਪਣੇ ਕੋਲ ਆਪਸ਼ਨ ਬੀ। Next is Constitution of India empowers Supreme Court of India to adjudicate dispute between center and state। सो केड़ी एह जी jurisdiction है
ਜਿਹਦੇ ਅੰਦਰ ਜਿਹੜੀ ਸੁਪਰੀਮ ਕੋਰਟ ਹੈ ਉਹਨੂੰ ਕਨਸਟੀਟਿਊਸ਼ਨ ਨੇ ਸੰਵਿਧਾਨ ਨੇ ਪਾਵਰ ਦਿੱਤੀ ਹੈ ਕਿ ਜਦੋਂ ਵੀ ਸੈਂਟਰ ਤੇ ਕਿਸੇ ਸਟੇਟ ਦੇ ਵਿਚਕਾਰ ਕੋਈ ਵੀ ਡਿਸਪਿਊਟ ਆਉਂਦਾ ਇਸ਼ੂ ਹੁੰਦਾ ਤਾਂ ਉੱਥੇ ਸੁਪਰੀਮ ਕੋਰਟ ਉਸ ਇਸ਼ੂ ਨੂੰ ਲੈ ਕੇ ਆਪਣਾ ਡਿਸੀਜਨ ਦੇ ਸਕਦੀ ਹੈ। ਸੋ ਇਹ ਸੁਪਰੀਮ ਕੋਰਟ ਦੀ ਓਰੀਜਨਲ ਜੁਰਿਸਡਿਕਸ਼ਨ ਹੈ ਆਪਸ਼ਨ ਡੀ। ਰੀਸੈਂਟਲੀ 2021 ਵਿੱਚ ਇੱਕ ਐਗਜ਼ਾਮ ਵਿੱਚ ਇਹ ਡਾਇਰੈਕਟਲੀ ਸੇਮ ਐਜ਼ ਇਟ ਇਜ਼ ਕੁਐਸਚਨ ਰਿਪੀਟ ਹੋ ਚੁੱਕਿਆ ਹੈ। ਸੋ ਜਿੰਨੀਆਂ ਵੀ ਜੁਰਿਸਡਿਕਸ਼ਨ ਨੇ ਆਰਟੀਕਲ 226 ਆਰਟੀਕਲ 32 ਸੋ ਇਹ ਦੋਨੋਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਰਿਟ ਜੁਰਿਸਡਿਕਸ਼ਨ ਹੈ ਇਹ ਤਾਂ ਵੈਸੇ ਜੁਰਿਸਡਿਕਸ਼ਨ ਦੇ ਅਲੱਗ-ਅਲੱਗ ਆਰਟੀਕਲਸ ਨੇ। ਇਹ ਦੋ ਆਰਟੀਕਲ ਨੇ ਜਿਹੜੇ ਸਪੈਸ਼ਲੀ ਇਹ ਰਿਟ ਜੁਰਿਸਡਿਕਸ਼ਨ ਦੇ ਅੰਦਰ ਆਉਂਦੇ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ। ਸੋ ਤੁਹਾਨੂੰ ਇਹ ਦੋ ਆਰਟੀਕਲ ਪਲੱਸ ਇਹ ਜਿੰਨੀਆਂ ਵੀ ਰਿਟਸ ਨੇ ਇਹਨਾਂ ਦੇ ਬੇਸਿਕ ਜਿਹੜੇ ਆਰਟੀਕਲਸ ਨੇ ਤੇ ਕਿਹੜੀ ਰਿਟ ਕੀ ਕਹਿ ਰਹੀ ਹੈ ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੁਰਿਸਡਿਕਸ਼ਨ ਪਲੱਸ ਰਿਟਸ। Next is which submarine is the first indigenously built Scorpene class submarine that has been commissioned into Indian Navy? So ये भी current affair based question है। Right answer है option B INS Kalvari। Next DPSP बारे question है। ਇਹਨਾਂ ਦੇ ਵਿੱਚੋਂ Directive Principle of State Policy ਦਾ part ਕਿਹੜਾ ਹੈ? So the right answer है option 2 B only। Prohibition of consumption except for medicinal purpose of intoxicating drink and of other drug which are injurious to health। So ਤੁਸੀਂ ਮੈਨੂੰ comment ਕਰਕੇ ਦੱਸਣਾ ਹੈ ਕਿ ਇਹ ਜਿਹੜੀ prohibition of traffic in human beings and forced labor ਹੈ ਇਹ ਸੰਵਿਧਾਨ ਦੇ ਕਿਹੜੇ ਆਰਟੀਕਲ ਵਿੱਚ ਇਹਦੀ ਗੱਲ ਹੋ ਰਹੀ ਹੈ। So which article talks about prohibition of traffic in human beings and forced labor? Next is 134th question। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਹਨਾਂ ਨੇ ਇੱਕ ਨਵੀਂ ਸਕੀਮ ਲਾਂਚ ਕੀਤੀ ਸੀ। ਸੋ ਦਿਸ ਇਜ਼ ਅਗੇਨ ਕਰੰਟ ਅਫੇਅਰ ਬੇਸਡ ਕੁਐਸਚਨ। ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ ਟੂ ਇਨਸ਼ੋਰ ਇਲੈਕਟ੍ਰੀਫਿਕੇਸ਼ਨ। ਆਪਾਂ ਨੇ ਇਸ ਸਕੀਮ ਦਾ ਨਾਮ ਦੱਸਣਾ ਹੈ। ਸੋ ਦ ਨਾਮ ਇਜ਼ ਸੌਭਾਗਿਆ ਆਪਸ਼ਨ ਸੀ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਨੈਵੀਗੇਸ਼ਨ ਸਿਸਟਮ ਹੈਜ਼ ਬੀਨ ਡਿਵੈਲਪਡ ਬਾਈ ਇੰਡੀਆ। ਇੰਡੀਆ ਦੇ ਦੁਆਰਾ ਇਹਨਾਂ ਦੇ ਵਿੱਚੋਂ ਜਿਹੜਾ ਨੈਵੀਗੇਸ਼ਨ ਸਿਸਟਮ ਡਿਵੈਲਪ ਕੀਤਾ ਗਿਆ ਹੈ ਉਹਦਾ ਨਾਮ ਹੈ ਆਪਸ਼ਨ ਡੀ ਨੈਵਿਕ। ਵਿਚ ਆਫ ਦ ਫੋਲੋਇੰਗ ਸਕੀਮ ਆਫ ਗਵਰਨਮੈਂਟ ਆਫ ਇੰਡੀਆ ਆਰ ਕਰੈਕਟਲੀ ਮੈਚਡ। ਸੋ ਇਸ ਸਾਈਡ ਤੇ ਆਪਣੇ ਕੋਲ ਲੈਫਟ ਤੇ ਸਕੀਮਸ ਨੇ ਆਪਾਂ ਨੇ ਦੱਸਣਾ ਕਿ ਕਿਹੜੀ ਸਕੀਮ ਸਹੀ ਮੈਚ ਕਰ ਰਹੀ ਹੈ। ਸੋ ਉਰੇ ਆਪਣੇ ਕੋਲ ਰਾਈਟ ਆਨਸਰ ਹੈ ਆਪਸ਼ਨ ਡੀ ਪਹਿਲ LPG ਸਬਸਿਡੀ ਦੈਨ ਆਯੁਸ਼ਮਾਨ ਭਾਰਤ ਹੈਲਥ ਕੇਅਰ ਅਮਰੁਤ ਅਰਬਨ ਡਿਵੈਲਪਮੈਂਟ ਮਿਸ਼ਨ ਇੰਦਰਧਨੁਸ਼ ਵੈਕਸੀਨੇਸ਼ਨ। ਸੋ ਇਹ ਸਾਰੀਆਂ ਦੀਆਂ ਸਾਰੀਆਂ ਸਕੀਮਸ ਬਿਲਕੁਲ ਰਾਈਟਲੀ ਮੈਚਡ ਨੇ। ਕਿਹੜੀ ਕੰਟਰੀ ਹੈ ਕਰੰਟ ਅਫੇਅਰ ਬੇਸਡ ਕੁਐਸਚਨ ਜਿਹਨੇ ਇੱਕ ਰੋਬੋਟ ਨੂੰ ਸਿਟੀਜ਼ਨਸ਼ਿਪ ਦਿੱਤੀ ਹੈ। ਸੋ ਪਹਿਲੀ ਕੰਟਰੀ ਬਣੀ ਹੈ ਰੋਬੋਟ ਨੂੰ ਸਿਟੀਜ਼ਨਸ਼ਿਪ ਦੇਣ ਵਾਲੀ ਤੇ ਦਾ ਰਾਈਟ ਆਨਸਰ ਹੈ ਆਪਸ਼ਨ ਬੀ ਸਾਊਦੀ ਅਰੇਬੀਆ। ਇੰਡੀਆ ਦੇ ਵਿੱਚ ਨੈਸ਼ਨਲ ਵਾਟਰ ਰਿਸੋਰਸ ਕਾਉਂਸਲ ਦੇ ਚੇਅਰਮੈਨ ਕੌਣ ਹੁੰਦੇ ਨੇ? ਸੋ ਇਹਦੇ ਚੇਅਰਮੈਨ ਹੁੰਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਆਪਸ਼ਨ ਏ ਪ੍ਰਾਈਮ ਮਿਨਿਸਟਰ। ਨੈਕਸਟ ਆਪਾਂ ਨੇ ਦੱਸਣਾ ਹੈ ਲੈਫਟ ਉੱਤੇ ਨੇ ਸਿੱਖ ਗੁਰੂਸ ਤੇ ਰਾਈਟ ਸਾਈਡ ਤੇ ਨੇ ਕਿ ਇਹਨਾਂ ਦੀ ਕਿਹੜੀ ਕਿਹੜੀ ਕੰਪੋਜੀਸ਼ਨ ਹੈ। ਸੋ ਆਪਾਂ ਨੇ ਕੰਪੋਜੀਸ਼ਨ ਨੂੰ ਸਿੱਖ ਗੁਰੂਸ ਦੇ ਨਾਲ ਸਹੀ ਮੈਚ ਕਰਨਾ ਹੈ। ਪਹਿਲੀ ਹੈ ਗੁਰੂ ਨਾਨਕ ਦੇਵ ਜੀ। ਸੋ ਗੁਰੂ ਨਾਨਕ ਦੇਵ ਜੀ ਨੇ ਲਿਖੀ ਸੀ ਆਸਾ ਦੀ ਵਾਰ ਆਪਸ਼ਨ 3। ਦੈਨ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ, ਗੁਰੂ ਰਾਮਦਾਸ ਜੀ ਲਾਵਾ, ਗੁਰੂ ਅਮਰਦਾਸ ਜੀ ਆਨੰਦ ਸਾਹਿਬ। ਸੋ ਆਪਣੇ ਕੋਲ ਸਹੀ ਉੱਤਰ ਹੈ ਆਪਸ਼ਨ ਬੀ। ISRO has launched India's 100th satellite in the space through PSLV C-40 from Sriharikota in January 2018. This satellite belongs to which of the following series? So ये भी current affair based question है। So the right answer है option C Cartosat 2। ਬੰਦਾ ਬਹਾਦਰ ਜੀ ਬਾਰੇ ਕਿਹੜੀ ਸਟੇਟਮੈਂਟ ਗਲਤ ਹੈ? Which of the following is not true about ਬਾਬਾ ਬੰਦਾ ਸਿੰਘ ਬਹਾਦਰ ਜੀ? ਸੋ ਇਹਦਾ ਰਾਈਟ ਆਨਸਰ ਹੈ 141st ਕੁਐਸਚਨ ਦਾ ਆਪਸ਼ਨ ਸੀ। ਤੀਜੀ ਸਟੇਟਮੈਂਟ ਹੈ ਜਿਹੜੀ ਇਹ ਗਲਤ ਹੈ। ਇਹਦੇ ਵਿੱਚ ਲਿਖਿਆ ਹੋਇਆ ਹੈ he was captured and killed on the orders of ਮੁਗਲ ਐਮਪਰਰ ਔਰੰਗਜ਼ੇਬ। ਸੋ ਬੰਦਾ ਬਹਾਦਰ ਜੀ ਦਾ ਮਾਰਟੀਰਡਮ ਹੋਇਆ ਸੀ ਮੁਹੰਮਦ ਫਾਰੂਕ ਸਿਆਰ ਦੇ ਟਾਈਮ ਵਿੱਚ 1716 ਵਿੱਚ। ਸੋ ਔਰੰਗਜ਼ੇਬ ਵਾਲੀ ਆਪਸ਼ਨ ਗਲਤ ਹੈ। ਨੈਕਸਟ ਹੈ ਆਪਾਂ ਨੇ ਕੋਲ ਇੱਕ ਸਾਈਡ ਤੇ ਨੇ ਮਿਸਲਸ ਦੂਜੀ ਸਾਈਡ ਤੇ ਨੇ ਇਹਨਾਂ ਦੇ ਫਾਊਂਡਰ। ਕਿਹੜੀ ਮਿਸਲ ਕਿਨੇ ਫਾਊਂਡ ਕੀਤੀ?
सो आपां ने इहनूं सही मैच करना है। राइट आंसर है ऑप्शन डी, भंगी मिसल हरि सिंह ढिल्लों, कन्हैया मिसल जय सिंह, ਸਿੰਘਪੁਰੀਆ ਜਾਂ ਫਿਰ ਜਿਹਨੂੰ ਫੈਜ਼ਲਪੁਰੀਆ ਵੀ ਕਿਹਾ ਜਾਂਦਾ ਹੈ ਨਵਾਬ ਕਪੂਰ ਸਿੰਘ, ਸ਼ੁਕਰ ਚੱਕਿਆ ਮਿਸਲ ਬੁੱਧ ਸਿੰਘ। ਨੈਕਸਟ ਇਜ਼ ਜੈਤੋ ਮੋਰਚਾ ਵਾਸ ਫॉर ਵਿਚ ਵਨ ਆਫ ਦ ਫੋਲੋਇੰਗ। ਜਿਹੜਾ ਜੈਤੋ ਮੋਰਚਾ ਸੀ ਉਹ ਸੀ ਮਹਾਰਾਜਾ ਰਿਪੂ ਦਮਨ ਸਿੰਘ ਆਫ ਨਾਭਾ ਜੀ ਨੂੰ ਦੁਬਾਰਾ ਗੱਦੀ ਤੇ ਰੀਸਟੋਰ ਕਰਨ ਦੇ ਲਈ, ਫॉर ਰੀਸਟੋਰੇਸ਼ਨ ਆਫ ਮਹਾਰਾਜਾ ਰਿਪੂ ਦਮਨ ਸਿੰਘ ਆਫ ਨਾਭਾ ਟੂ ਹਿਸ ਥਰੋਨ। ਸੋ ਇਹ ਜਿੰਨੇ ਵੀ ਟੌਪਿਕਸ ਨੇ ਜਿਹੜੇ ਪੰਜਾਬ ਹਿਸਟਰੀ ਦੇ ਨਾਲ ਰਿਲੇਟਡ ਨੇ, ਇਹ ਸਾਰੇ ਦੇ ਸਾਰੇ ਮੈਂ ਬਹੁਤ ਹੀ ਜ਼ਿਆਦਾ ਡੀਪਲੀ ਪੰਜਾਬ ਹਿਸਟਰੀ ਦੇ ਅੰਦਰ ਕਵਰ ਕੀਤੇ ਨੇ। ਸੋ ਤੁਸੀਂ ਇਹਦੇ ਲਈ ਨੋਟਸ ਬਾਏ ਕਰ ਸਕਦੇ ਹੋ, ਜਾਂ ਫਿਰ ਜੇ ਤੁਸੀਂ ਮੇਰਾ ਵੀਡੀਓ ਕੋਰਸ ਲੈਣਾ ਹੈ ਪੀਪੀਐਸਸੀ ਕੋਆਪਰੇਟਿਵ ਦੇ ਲਈ ਉਹ ਵੀ ਲੈ ਸਕਦੇ ਹੋ। ਸੋ ਦੈਟ ਇਜ਼ ਅਪ ਟੂ ਯੂ। ਨੈਕਸਟ ਕੁਝ 2-3 ਦੁਬਾਰਾ ਕਰੰਟ ਅਫੇਅਰ ਬੇਸਡ ਕੁਐਸਚਨ ਨੇ। ਸੋ ਪਹਿਲਾ ਹੈ ਪੰਜਾਬ ਨਾਲ ਰਿਲੇਟਡ, which city of Punjab is one among the top 20 most polluted city? WHO World Health Organization ਦੀ ਇੱਕ ਰਿਪੋਰਟ ਦੇ ਅਨੁਸਾਰ 2018 ਵਿੱਚ ਕਿਹੜੀ ਪੰਜਾਬ ਦੀ ਸਿਟੀ ਟੌਪ 20 ਸਭ ਤੋਂ ਜ਼ਿਆਦਾ ਪੋਲਿਊਟਡ ਸਿਟੀਜ਼ ਦੇ ਵਿੱਚ ਆਈ ਸੀ? ਸੋ ਆਨਸਰ ਰਾਈਟ ਵਨ ਇਜ਼ ਆਪਸ਼ਨ ਡੀ, ਪਟਿਆਲਾ। ਨੈਕਸਟ ਹੈ 146 ਕੁਐਸਚਨ। ਇਹ ਮਿਨਿਸਟਰੀਜ਼ ਦੇ ਉੱਤੇ ਹੈ, ਪੰਜਾਬ ਦੇ ਜਿਹੜੀ ਕੈਬਨਿਟ ਦੀ ਉਸ ਟਾਈਮ ਦੀ 2018 ਦੇ ਕਰੰਟ ਪੋਰਟਫੋਲੀਓ ਸੀ ਕਿ ਕਿਹੜੇ ਮਿਨਿਸਟਰ ਦੇ ਕੋਲ ਕਿਹੜਾ ਡਿਪਾਰਟਮੈਂਟ ਹੈ। ਸੋ ਇਹ ਜਿਹੜਾ ਕੁਐਸਚਨ ਹੈ ਇਹ ਕਰੰਟ ਅਫੇਅਰ ਬੇਸਡ ਹੀ ਹੈ। ਦ ਰਾਈਟ ਆਂਸਰ ਇਜ਼ ਆਪਸ਼ਨ ਬੀ। ਨੈਕਸਟ ਹੈ ਪ੍ਰੈਜ਼ੀਡੈਂਟ ਆਫ ਸਾਊਥ ਕੋਰੀਆ। ਰਾਈਟ ਆਂਸਰ ਇਜ਼ ਆਪਸ਼ਨ ਬੀ, ਮੂਨ ਜੇ-ਇਨ। 144th ਕੁਐਸਚਨ, ਭਗਤ ਸਿੰਘ ਬਾਰੇ ਇਹਨਾਂ ਦੇ ਵਿੱਚੋਂ ਕਿਹੜੀ ਇਨਕਰੈਕਟ ਸਟੇਟਮੈਂਟ ਹੈ? ਰਾਈਟ ਆਂਸਰ ਇਜ਼ ਆਪਸ਼ਨ ਬੀ, ਤੀਜੀ ਤੇ ਚੌਥੀ ਸਟੇਟਮੈਂਟ ਗਲਤ ਹੈ। ਕਰੰਟ ਅਫੇਅਰ ਬੇਸਡ ਕੁਐਸਚਨ, ਕਿਊਬਾ ਦੇ ਨਵੇਂ ਪ੍ਰੈਜ਼ੀਡੈਂਟ। ਰਾਈਟ ਆਂਸਰ ਇਜ਼ ਆਪਸ਼ਨ ਡੀ, ਮਿਗੁਅਲ ਡਿਆਜ਼ ਕੈਨਲ। ਅਗੇਨ ਨੈਕਸਟ ਕਰੰਟ ਅਫੇਅਰ ਬੇਸਡ ਕੁਐਸਚਨ ਹੈ, ਮਾਰਚ 31 ਤੋਂ AFSPA ਆਰਮ ਫੋਰਸ ਸਪੈਸ਼ਲ ਪ੍ਰੋਟੈਕਸ਼ਨ ਐਕਟ ਨੇ ਕਿਹੜੀ ਸਟੇਟ ਨੂੰ ਰਿਮੂਵ ਕਰਤਾ? ਸੋ ਦੈਟ ਇਜ਼ ਆਪਸ਼ਨ ਏ, ਮੇਘਾਲਿਆ। ਨੈਕਸਟ ਅਗੇਨ ਕਰੰਟ ਅਫੇਅਰ ਬੇਸਡ ਕੁਐਸਚਨ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ ਚਾਈਨਾ ਦੇ ਪ੍ਰੈਜ਼ੀਡੈਂਟ ਸ਼ਾਈ ਜਿਨਪਿੰਗ ਕਿਹੜੀ ਸਿਟੀ ਵਿੱਚ ਮਿਲੇ ਸੀ ਅਪ੍ਰੈਲ 2018 ਚ? ਸੋ ਚਾਈਨਾ ਦੀ ਵੂਹਾਨ ਸਿਟੀ ਵਿੱਚ ਮਿਲੇ ਸੀ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ। ਰਾਈਟ ਆਂਸਰ ਇਜ਼ ਆਪਸ਼ਨ ਸੀ, ਸੁਰਜੀਤ ਪਾਤਰ। ਨੈਕਸਟ ਕਾਮਨਵੈਲਥ ਗੇਮਸ 2018 ਵਿੱਚ ਕਿੱਥੇ ਹੋਈਆਂ ਸੀ? ਆਪਸ਼ਨ ਏ, ਗੋਲਡ ਕੋਸਟ। ਕਰੰਟ ਅਫੇਅਰ ਬੇਸਡ ਕੁਐਸਚਨ। ਨੈਕਸਟ ਹੈ ਸਾਇੰਸ ਦਾ ਕੁਐਸਚਨ, ਟੀਵੀ ਰਿਮੋਟ ਕੰਟਰੋਲ ਦੇ ਅੰਦਰ ਕਿਸ ਤਰ੍ਹਾਂ ਦੀਆਂ ਵੇਵਸ ਹੁੰਦੀਆਂ ਨੇ? ਸੋ ਇਹਦੇ ਅੰਦਰ ਹੁੰਦੀਆਂ ਨੇ ਆਪਸ਼ਨ ਸੀ, ਇਨਫਰਾਰੈਡ ਵੇਵਸ। Next is which of the following statement are correct about ultrasonic wave, ultrasound? So ultrasonic wave या जिन्हों पर ultrasound कहने आ, ओनू लेके जेडी statement सही है, that is option C. So second ते third statement गलत है। Like bats and dog, dolphin and whales can also hear ultrasound. So ये बिल्कुल सही है, dolphin ते whales भी सुन सकदियां ने। Most well-known application, सब तो ज़्यादा ਜਿਹੜੀ ਇੱਕ ਕਾਮਨ ਐਪਲੀਕੇਸ਼ਨ ਹੈ, ਯੂਜ਼ੇਜ ਹੈ ਜਿਹਦੇ ਲਈ ਅਲਟਰਾਸਾਊਂਡ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਹੈ ਸੋਨੋਗ੍ਰਾਫੀ, ਜਿਹਦੇ ਵਿੱਚ ਜਦੋਂ ਵੀ ਕੋਈ ਹਿਊਮਨ ਵੂਮ ਦੇ ਅੰਦਰ ਫੀਟਸ ਹੁੰਦਾ ਹੈ, ਕੋਈ ਬੇਬੀ ਹੈ ਜਿਹੜਾ ਕਨਸੀਵ ਹੋ ਕੇ ਫਿਰ ਉਹਦੇ ਅੰਦਰ ਗਰੋ ਕਰਦਾ ਹੈ ਮਦਰ ਦੇ ਵੂਮ ਦੇ ਅੰਦਰ, ਸੋ ਉਹਨਾਂ ਦੇ ਪਿਕਚਰਸ ਨੂੰ ਪ੍ਰੋਡਿਊਸ ਕਰਨ ਦੇ ਲਈ, ਫੀਟਸ ਦੀਆਂ ਕਲੀਅਰ ਪਿਕਚਰਸ ਨੂੰ ਪ੍ਰੋਡਿਊਸ ਕਰਨ ਦੇ ਲਈ ਅਲਟਰਾਸਾਊਂਡ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਸਭ ਤੋਂ ਜ਼ਿਆਦਾ ਕਾਮਨ ਯੂਸੇਜ ਹੈ ਅਲਟਰਾਸਾਊਂਡ ਦੀ। ਸੋ ਰਾਈਟ ਆਂਸਰ ਹੈ ਆਪਸ਼ਨ ਸੀ, ਸੈਕਿੰਡ ਐਂਡ ਥਰਡ। ਤੇ ਇੱਕ ਹੋਰ ਚੀਜ਼, ਜਿਵੇਂ 154th ਕੁਐਸਚਨ ਹੈ, ਇਹ ਆਲਰੇਡੀ ਪੀਪੀਐਸਸੀ ਦੇ ਦੁਆਰਾ ਹੀ ਕੰਡਕਟ ਕੀਤੇ ਗਏ ਪੰਜਾਬ ਸਿਵਲ ਸਰਵਿਸ ਐਗਜ਼ਾਮ ਵਿੱਚ ਵੀ ਇਸੇ ਤਰ੍ਹਾਂ ਕੁਐਸਚਨ ਆ ਚੁੱਕਿਆ ਹੈ। ਸੋ ਜਦੋਂ ਵੀ ਤੁਸੀਂ ਸਪੈਸ਼ਲੀ ਪੀਪੀਐਸਸੀ ਦੇ ਜਿਹੜੇ ਐਗਜ਼ਾਮ ਹੁੰਦੇ ਨੇ ਉਹਨਾਂ ਦੀ ਤਿਆਰੀ ਕਰਨੀ ਹੈ, ਚਾਹੇ ਕੋਆਪਰੇਟਿਵ ਸੁਸਾਇਟੀ ਦਾ ਪੇਪਰ ਹੈ, ਨਾਇਬ ਤਹਿਸੀਲਦਾਰ ਦਾ, ਤੁਸੀਂ ਪਿਛਲੇ 3 ਤੋਂ 4 ਸਾਲ ਦੇ ਪੀਪੀਐਸਸੀ ਦੇ ਜਿਹੜੇ ਪੀਸੀਐਸ ਲੈਵਲ ਦੇ ਕੁਐਸਚਨ ਪੇਪਰ ਨੇ ਉਹਨਾਂ ਨੂੰ ਬਿਲਕੁਲ ਵੀ ਮਿਸ ਨਹੀਂ ਕਰਕੇ ਜਾਣਾ, ਕਿਉਂਕਿ 3 ਤੋਂ 4 ਕੁਐਸਚਨ ਹਰ ਪੇਪਰ 'ਚ ਰਿਪੀਟ ਹੁੰਦੇ ਨੇ ਪੰਜਾਬ ਪੀਸੀਐਸ ਦੇ ਵਿੱਚੋਂ। ਇੱਕ ਹੋਰ ਚੀਜ਼, ਜਿਹੜੇ ਸਾਇੰਸ ਦੇ ਜਾਂ ਫਿਰ ਇਨਵਾਇਰਨਮੈਂਟ ਦੇ ਸਪੈਸ਼ਲੀ ਕੁਐਸਚਨ ਪੁੱਛੇ ਗਏ ਨੇ, ਉਹ ਮੈਂ ਆਪ ਐਨਾਲਾਈਜ਼ ਕੀਤਾ ਹੈ। ਯੂਪੀਐਸਸੀ ਆਈਐਸ ਦੇ ਜਿੰਨੇ ਵੀ ਇਨਵਾਇਰਨਮੈਂਟ ਐਂਡ ਇਕੋਲੋਜੀ ਜਿਹੜੇ ਇਹ ਟੌਪਿਕ ਦੇ ਅੰਦਰ ਕੁਐਸਚਨਸ ਆਏ ਨੇ, ਡਾਇਰੈਕਟਲੀ ਸਿੱਧੇ ਉਹੀ ਕੁਐਸਚਨ ਪੁੱਛੇ ਗਏ ਨੇ। ਕੋਈ ਵੀ ਪ੍ਰੀਵੀਅਸ ਈਅਰ ਆਈਐਸ ਦੇ ਕੁਐਸਚਨ ਪੇਪਰ ਤੋਂ ਇਲਾਵਾ ਇਹਦੇ ਵਿੱਚ ਕੋਈ ਵੀ ਪੇਪਰ
ਕੁਐਸਚਨ ਨਹੀਂ ਆਇਆ ਹੋਇਆ। ਸੋ ਤੁਸੀਂ ਜਦੋਂ ਵੀ এনवायरमेंट ਦੀ ਤਿਆਰੀ ਕਰਨੀ ਹੈ ਤਾਂ ਪਿਛਲੇ ਘੱਟ ਤੋਂ ਘੱਟ 7 ਤੋਂ 8 ਸਾਲਾਂ ਦੇ এনवायरमेंट ਐਂਡ ਇਕੋਲੋਜੀ ਦੇ ਆਈਐਸ ਦੇ ਕੁਐਸਚਨ ਪੇਪਰ ਚੱਕਣੇ ਨੇ ਤੇ ਉਹਦੇ ਵਿੱਚੋਂ ਅਲੱਗ ਤੋਂ ਤੁਸੀਂ ਨੋਟਸ ਤਿਆਰ ਕਰ ਲਓ ਉਹਨਾਂ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਦੀ ਤੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਬਾਏ ਹਾਰਟ ਸਮਝੋ ਤੇ ਉਸ ਤੋਂ ਬਾਅਦ ਯਾਦ ਕਰਕੇ ਜਾਓ ਕਿਉਂਕਿ 99% ਚਾਂਸਸ ਨੇ ਕਿ ਤੁਹਾਨੂੰ ਆਉਣ ਵਾਲੇ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਜਾਂ ਫਿਰ ਨਾਇਬ ਤਹਿਸੀਲਦਾਰ ਐਗਜ਼ਾਮ ਦੇ ਅੰਦਰ ਜਿਹੜੇ ਵੀ এনवायरमेंट ਦੇ ਨਾਲ ਰਿਲੇਟਡ ਕੁਐਸਚਨ ਆਉਣੇ ਨੇ ਉਹ ਪ੍ਰੀਵੀਅਸ ਈਅਰ ਯੂਪੀਐਸਸੀ ਆਈਐਸ ਦੇ ਐਗਜ਼ਾਮ ਵਿੱਚੋਂ ਹੀ ਆਉਣਗੇ। Next, again, current affair based question. Recent controversy involving the misuse of personal data of user by Facebook has which of the following British marketing firm at the center of controversy? So the right answer is option D, Cambridge Analytica. Next is which of the following given statement about Jallianwala Bagh massacre are correct? So Jallianwala Bagh massacre बारे केड़ी statement सही है? ਤੇ the right answer ਹੈ option C, second and fourth. Victims gathered in the bagh or garden to protest against arrest and deportation of their popular leader Dr. Satyapal ਤੇ Dr. Kichlu. ਸੋ ਜਿਹੜੇ ਦੋ popular important leaders ਦੀ arrest ਹੋਈ ਸੀ ਉਹਨਾਂ ਦੇ ਖਿਲਾਫ ਇੱਕ ਲੜਾਈ ਲੜਨ ਦੇ ਲਈ ਜਿਹੜੇ ਵਿਕਟਿਮ ਸੀ ਉਹ ਗੈਦਰ ਹੋਏ ਸੀ ਇਕੱਠੇ ਹੋਏ ਸੀ ਬਾਗ ਦੇ ਵਿੱਚ। ਚੌਥੀ ਸਟੇਟਮੈਂਟ ਹੈ ਜਦੋਂ ਜਲਿਆਂਵਾਲਾ ਬਾਗ ਮੈਸੇਕਰ ਹੋਇਆ ਤਾਂ ਉਹਦੇ ਰੋਸ਼ ਦੇ ਵਜੋਂ ਰਵਿੰਦਰਨਾਥ ਟੈਗੋਰ ਨੇ ਆਪਣਾ ਜਿਹੜਾ ਨਾਈਟਹੁੱਡ ਸੀ ਉਹ ਵਾਪਿਸ ਕਰਤਾ ਸੀ। ਸੋ ਇਹ ਦੋਨੋਂ ਸਟੇਟਮੈਂਟ ਸਹੀ ਨੇ ਸੈਕਿੰਡ ਐਂਡ ਫੋਰਥ। Next 157 question. Gandhiji sent an 11-point ultimatum to Lord Irwin before civil disobedience movement. ਜਿਹੜੇ ਲਾਰਡ ਇਰਵਿਨ ਨੂੰ ਗਾਂਧੀ ਜੀ ਨੇ 11 ਪੁਆਇੰਟ ਭੇਜੇ ਸੀ ਇਹਨਾਂ ਚਾਰਾਂ ਦੇ ਵਿੱਚੋਂ ਉਹਨਾਂ ਦੇ ਵਿੱਚ ਕਿਹੜਾ ਪੁਆਇੰਟ ਨਹੀਂ ਸੀ? So which of the following was not included in it? So right answer ਹੈ option C, prohibition of cow slaughter and use of khadi. Next is authorization for the withdrawal of fund from consolidated fund of India must come from. ਕਿਸੇ ਨੇ ਵੀ consolidated fund ਚੋਂ ਪੈਸਾ withdraw ਕਰਨਾ ਤਾਂ ਉਹਦੇ ਲਈ ਪਰਮਿਸ਼ਨ ਕਿਹਦੀ ਚਾਹੀਦੀ ਹੈ? ਸੋ ਉੱਥੇ ਪਰਮਿਸ਼ਨ ਚਾਹੀਦੀ ਹੈ ਪਾਰਲੀਮੈਂਟ ਦੀ, ਆਪਸ਼ਨ ਬੀ, ਵੈਰੀ ਇੰਪੋਰਟੈਂਟ ਕੁਐਸਚਨ। ਨੈਕਸਟ ਆਪਾਂ ਨੇ ਲੈਫਟ ਸਾਈਡ ਤੇ ਕੁਝ ਇੰਪੋਰਟੈਂਟ ਲੀਡਰਸ ਦੇ ਨਾਮ ਨੇ, ਰਾਈਟ ਸਾਈਡ ਤੇ ਆ ਕਿ ਕਿਹੜੀ ਕਿਹੜੀ ਕਨਸਪੀਰੇਸੀ ਜਾਂ ਫਿਰ ਰੇਡ ਦੇ ਨਾਲ ਰਿਲੇਟਡ ਸੀ। ਸੋ ਹੁਣ ਆਪਾਂ ਨੇ ਉਰੇ ਸਹੀ ਮੈਚ ਕਰਨਾ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਡੀ। ਭਗਤ ਸਿੰਘ ਇਹ ਲਾਹੌਰ ਕਨਸਪੀਰੇਸੀ ਨਾਲ ਜੁੜੇ ਹੋਏ ਸੀ, ਲక్ష్ਮੀ ਸਹਿਗਲ ਇੰਡੀਅਨ ਨੈਸ਼ਨਲ ਆਰਮੀ ਨਾਲ, ਰਾਮ ਪ੍ਰਸਾਦ ਬਿਸਮਿਲ ਕਕੋਰੀ ਕਨਸਪੀਰੇਸੀ, ਸੂਰਿਆ ਸੇਨ ਚਿਤਾਗੋਂਗ ਆਰਮਰੀ ਰੇਡ। ਨੈਕਸਟ ਗਦਰ। ਗਦਰ ਕੀ ਸੀ? The Ghadar was a revolutionary association of India ਜਿਹਦੇ ਹੈਡਕੁਆਰਟਰ ਸੀ ਸੈਨ ਫਰਾਂਸਿਸਕੋ ਵਿੱਚ। ਸੋ ਕੋਈ ਵੀ ਪੇਪਰ ਦੇਖ ਲਓ ਚਾਹੇ ਉਹ ਤੁਹਾਨੂੰ ਪੰਜਾਬ ਬੇਸਡ ਹਿਸਟਰੀ ਕੁਐਸਚਨ ਹੈ ਜਾਂ ਫਿਰ ਤੁਹਾਨੂੰ ਇੰਡੀਆ ਦੀ ਮਾਡਰਨ ਇੰਡੀਆ ਹਿਸਟਰੀ ਦਾ ਕੋਈ ਕੁਐਸਚਨ ਹੈ, ਗਦਰ ਦੇ ਨਾਲ ਰਿਲੇਟਡ ਡਾਇਰੈਕਟਲੀ ਇਨਡਾਇਰੈਕਟਲੀ ਤੁਹਾਨੂੰ ਇਹ ਹਰ ਪੇਪਰ ਦੇ ਵਿੱਚ ਕੁਐਸਚਨ ਦੇਖਣ ਨੂੰ ਜ਼ਰੂਰ ਮਿਲਦਾ। ਸੋ ਤੁਸੀਂ ਗਦਰ ਨੂੰ ਬਹੁਤ ਹੀ ਜ਼ਿਆਦਾ ਡੀਪਲੀ ਤਿਆਰ ਕਰਕੇ ਜਾਣਾ ਹੈ। ਨੈਕਸਟ ਹੈ ਡਾਂਡੀ ਮਾਰਚ ਦੇ ਨਾਲ ਇਹਨਾਂ ਦੇ ਵਿੱਚੋਂ ਕਿਹੜੀ ਮੂਵਮੈਂਟ ਸ਼ੁਰੂ ਹੋਈ ਸੀ, ਸਟਾਰਟ ਹੋਈ ਸੀ? ਸੋ ਰਾਈਟ ਆਨਸਰ ਹੈ ਆਪਸ਼ਨ ਸੀ, ਸਿਵਲ ਡਿਸਓਬੀਡੀਐਂਸ ਮੂਵਮੈਂਟ। ਨੈਕਸਟ ਆਪਾਂ ਨੂੰ ਦੱਸਣਾ ਕਿ ਕਿਹੜਾ ਪੇਅਰ ਸਹੀ ਮੈਚ ਕੀਤਾ ਹੋਇਆ ਹੈ। ਸੋ ਉਰੇ ਸਹੀ ਉੱਤਰ ਹੈ ਆਪਸ਼ਨ ਡੀ, ਥਰਡ ਓਨਲੀ। ਰਾਜਾ ਰਾਧੇਕਾ ਦੇਵ ਸਤੀ ਪ੍ਰਥਾ ਦੀ ਅਬੋਲਿਸ਼ਨ ਨੂੰ ਇਹਨਾਂ ਨੇ ਅਪੋਜ਼ ਕੀਤਾ ਸੀ। ਸੋ ਇਹਨਾਂ ਦਾ ਮੰਨਣਾ ਸੀ ਕਿ ਜਿਹੜੀ ਸਤੀ ਦੀ ਪ੍ਰੈਕਟਿਸ ਹੈ ਉਹਨੂੰ ਰੋਕਣਾ ਨਹੀਂ ਚਾਹੀਦਾ, ਉਹਨੂੰ ਇਸੇ ਤਰ੍ਹਾਂ ਚਲਾਉਣਾ ਚਾਹੀਦਾ ਹੈ। ਸੋ ਅਬੋਲਿਸ਼ਨ ਦੇ ਅਗੇਂਸਟ ਸੀ, ਖਿਲਾਫ ਸੀ। ਨੈਕਸਟ ਵੈਰੀ ਵੈਰੀ ਇੰਪੋਰਟੈਂਟ ਐਂਡ ਮੋਸਟ ਰੈਪੀਟੀਟਿਵ ਕੁਐਸਚਨ। ਸੋ ਚਾਹੇ ਇਹ ਜਿਹੜੀ ਪੂਰੀ ਬੁੱਕ ਹੈ ਉਹਦਾ ਨਾਮ ਆ ਜਾਵੇ ਜਾਂ ਫਿਰ ਸਿੱਧਾ ਜਿਵੇਂ ਇਹ ਕੁਐਸਚਨ ਪੁੱਛਿਆ ਗਿਆ ਹੈ, who among the following use the phrase ਅਨ-ਬ੍ਰਿਟਿਸ਼ ਵਰਡ ਕਿਹਨੇ ਯੂਜ਼ ਕੀਤਾ ਸੀ ਇੰਗਲਿਸ਼ ਕਲੋਨੀਅਲ ਕੰਟਰੋਲ ਨੂੰ ਕ੍ਰਿਟੀਸਾਈਜ਼ ਕਰਦੇ ਹੋਏ? ਸੋ ਅਨ-ਬ੍ਰਿਟਿਸ਼ ਵਰਡ ਦੀ ਵਰਤੋਂ ਕੀਤੀ ਸੀ ਦਾਦਾ ਭਾਈ ਨਾਰੋਜੀ ਨੇ, ਆਪਸ਼ਨ ਸੀ। ਨੈਕਸਟ ਇਜ਼ 164 question. Robert Clive was the first Governor General of Bengal. William Bentinck became the first Governor General of India in 1833.
सो उरे राइट आंसर है ऑप्शन बी सेकंड ओनली। सो सेकंड ऑप्शन सही है। रॉबर्ट क्लाइव गवर्नर जनरल बने पहले बंगाल दे। ये स्टेटमेंट गलत है ਤੇ ਇਹਦਾ ਰਾਈਟ ਆਨਸਰ ਹੋਣਾ ਚਾਹੀਦਾ ਹੈ ਰॉबर्ट क्लाइव ਦੀ ਜਗ੍ਹਾ ਤੇ ਵਾਰਨ ਹਾਸਟਿੰਗ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਹਿਲੇ ਬੰਗਾਲ ਦੇ ਗਵਰਨਰ ਜਨਰਲ ਬਣੇ ਸੀ ਵਾਰਨ ਹੈਸਟਿੰਗ। नेक्स्ट 165 क्वेश्चन है कंसीडर द फॉलोइंग स्टेटमेंट लॉर्ड माउंटबेटन was the viceroy when शिमला कॉन्फ्रेंस took place। सो ਜਦੋਂ शिमला कॉन्फ्रेंस ਹੋਈ ਸੀ ਉਦੋਂ लॉर्ड माउंटबेटन वाइसरॉय बने सी। दूजी स्टेटमेंट कह रही है इंडियन नेवी रिवोल्ट 1986 took place when Indian sailor in Royal Indian Navy at Bombay and Karachi rose against the government। सो कहंदे ਇਹ रिवोल्ट ਉਦੋਂ ਹੋਈ ਜਦੋਂ ਜਿਹੜੇ ਇੰਡੀਆ ਦੇ ਸੇਲਰ ਸੀ ਰਾਇਲ ਇੰਡੀਅਨ ਨੇਵੀ ਵਿੱਚ ਕੰਮ ਕਰਦੇ ਸੀ ਬੰਬੇ ਤੇ ਕਰਾਚੀ ਉਹ ਸਰਕਾਰ ਦੇ ਖਿਲਾਫ ਖੜੇ ਹੋ ਗਏ ਸੀ। ਉਹਨਾਂ ਨੇ ਸਰਕਾਰ ਦੇ ਖਿਲਾਫ ਅੰਦੋਲਨ ਸਟਾਰਟ ਕੀਤਾ ਸੀ। ਸੋ ਆਪਾਂ ਨੇ ਦੱਸਣਾ ਕਿ ਇਹਨਾਂ ਦੋਨਾਂ ਸਟੇਟਮੈਂਟ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਬੀ 2 ਓਨਲੀ। ਪਹਿਲੀ ਸਟੇਟਮੈਂਟ ਕਿਉਂ ਗਲਤ ਹੈ ਕਿਉਂਕਿ ਜਦੋਂ ਸ਼ਿਮਲਾ ਕਾਨਫਰੰਸ ਹੋਈ ਸੀ ਉਸ ਸਮੇਂ ਲਾਰਡ ਮਾਊਂਟਬੈਟਨ ਵਾਇਸਰॉय ਨਹੀਂ ਸੀ। उस समय वाइसरॉय सी लॉर्ड वेवल। नेक्स्ट है 166 अंडर द कॉन्स्टिट्यूशन ऑफ इंडिया विच ऑफ द फॉलोइंग इज नॉट अ फंडामेंटल ड्यूटी। वेरी इंपॉर्टेंट क्वेश्चन संविधान के अंदर इन्हां दे विचों केड़ी चीज है जिहड़ी फंडामेंटल ड्यूटी नहीं है। सो वो है ऑप्शन ए टू वोट इन पब्लिक इलैक्शन। ये अपनी मर्जी है कि आपां ने अपना ये जिहड़ा राइट है वोटिंग दा इनू यूज करना है या फिर नहीं करना। ये अपनी कोई वैसे फंडामेंटल ड्यूटी नहीं है संविधान के अनुसार। नेक्स्ट क्वेश्चन है ग्लोबल अग्रीमेंट इन स्पेसिफिक कंट्रोल स्ट्रैटेजी टू रिड्यूस द रिलीज ऑफ ओजोन डिप्लीटिंग सबसटेंसेस। सो ओजोन डिप्लीटिंग सबसटेंसेस नू रिड्यूस करन दे लई आपां ने केड़ी ग्लोबल अग्रीमेंट है जिनू लागू किया होया है। सो दैट इज राइट आंसर हियर इज ऑप्शन बी मॉन्ट्रियल प्रोटोकॉल। सो जिन्नियां भी प्रोटोकॉल्स ने मैं बार बार रिपीट कर दी हाँ यूट्यूब उत्ते भी प्रॉपर एक लैक्चर है इन्वायरमेंट जिन्नियां भी इंटरनेशनल कन्वेंशनस ने प्रोटोकॉल्स ने। सो जो मैं लैक्चर करवाया सी उदों भी मैं तुहानूं दस्सिया सी कि तुसी ज़्यादा फोकस करना है इन्हां तिन्नां उत्ते वेना कन्वेंशन क्योटो मॉन्ट्रियल क्योंकि कोई भी क्वेश्चन पेपर चक के देख लो जिहदा भी इन्वायरमेंट सबजैक्ट पार्ट है किसी भी एग्जामिनेशन का उत्थे तुहानूं 110% इन्हां दे विच्चों किसी भी एक कन्वेंशन या फिर प्रोटोकॉल बारे कोई ना कोई क्वेश्चन जरूर देखने नूं मिलूगा। नेक्स्ट इज विच ऑफ द फॉलोइंग इज करेक्ट रिगार्डिंग साइट्स। सो बेसिकली साइट्स दे नाल जिहड़ी स्टेटमेंट करेक्ट है दैट इज ओनली वन। फर्स्ट स्टेटमेंट कह रही है भी जिहड़ी साइट्स है ਇਹਦੇ अंदर ਇਹ ਜਿਹੇ प्रोविजन लॉस रूल्स एंड रेगूलेशन लिखे हुए ने जिन्हां दे अंदर आपां नूं ਇਹ पता चलदा है कि किवें वाइल्ड लाइफ स्पीसीज नूं बचा के रखना है उन्हां दा जिहड़ा गलत इलीगल व्यापार हुंदा है ਉਹਨੂੰ आपां ने रोकना है। दैन हैबिटेट डिस्ट्रक्शन नूं प्रोटैक्ट करनी है क्लाइमेट चेंज उत्ते ध्यान देना है। सो ये सारियां चीज़ां दी गल कर रही है साइट्स। नैक्सट क्वेश्चन है इंडिया दे अंदर रीसेंट IUCN रेड लिस्ट के अंदर क्रिटिकली एंडेंजर्ड स्पीसीज विच केड़ियां स्पीसीज नू ऐड किया गया। सो जदों भी मैं तुहानूं ये टॉपिक करवानी आ स्पैशली जिहड़े स्टूडेंट्स मेरे पेड कोर्स के अंदर इन्वॉल्व ने उन्हां नूं पता होगा कि जदों मैं तुहानूं ये टॉपिक करवाया सी तां मैं बार बार इक्को चीज़ उत्ते फोकस किया कि तुसी जिहड़े भी रीसेंट करंट IUCN दी रेड लिस्ट है एग्जाम दे लई वो जरूर याद करके जानी है क्योंकि डायरैक्टली क्वेश्चन उहदे विच्चों ही बनदा है। सो उरे हुण अपना राइट आंसर है ऑप्शन डी ऑल ऑफ द अबव। ਜਿਹੜੀਆਂ ਇਹ ਚਾਰੋਂ ਸਪੀਸੀਜ਼ ਨੇ ਚਾਰੋਂ ਹੀ 2018 ਵਿੱਚ IUCN ਰੈੱਡ ਲਿਸਟ ਵਿੱਚ ਕ੍ਰਿਟੀਕਲੀ ਐਂਡੇਂਜਰਡ ਕੈਟਾਗਰੀ ਵਿੱਚ ਐਡ ਕੀਤੀਆਂ ਸੀ। ਨੈਕਸਟ ਲਾਸਟ ਕੁਐਸਚਨ ਇਨਵਾਇਰਨਮੈਂਟ ਦਾ ਕਰੰਟ ਅਫੇਅਰ ਬੇਸਡ ਕੁਐਸਚਨ ਹੈ ਇਨਵਾਇਰਨਮੈਂਟ ਤੇ ਜੀਓਗ੍ਰਾਫੀ ਦਾ ਮਿਕਸਡ ਕੁਐਸਚਨ ਹੈ। ਸੋ ਟਰਮ ਗੋਲਡੀਲੌਕ ਜ਼ੋਨ is often seen in the news in the context of so Goldilocks zone it is related to search for earth like planet in outer space। so ਜਦੋਂ ਆਪਣੇ environment ਤੋਂ ਬਾਹਰ ਨਿਕਲ ਕੇ ਜਿਹੜਾ outer space ਹੈ ਉਹਦੇ ਵਿੱਚ ਧਰਤੀ ਵਰਗੇ ਹੋਰ planets ਦੀ ਖੋਜ ਕੀਤੀ ਜਾਂਦੀ ਹੈ ਜਿਹੜਾ ਜ਼ੋਨ ਇੱਕ ਤਿਆਰ ਕੀਤਾ ਜਾਂਦਾ ਹੈ ਉਹਨੂੰ ਨਾਮ ਦਿੱਤਾ ਗਿਆ Goldilocks zone ਦਾ।
So this is all about our today's important lecture. I hope you liked the video. Keep supporting Victor's knowledge. Thank you and good luck.